ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੁਰ ਤਾਲ ਦੇ ਪਹਿਲੇ ਘਰ ਦੇ ਅੰਦਰ ਗਾਇਨ ਕਰਨ ਦੀ ਹਦਾਇਤ ਹੈ, ਹੁਕਮ ਹੈ। ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਸੇਵਾ ਦੇ ਤੇ ਸਿਮਰਨ ਦੇ ਪੁੰਜ ਸਨ। ਜਿਸ ਵਕਤ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਸਨ ਖਡੂਰ ਸਾਹਿਬ ਦੀ ਧਰਤੀ 'ਤੇ, ਇਹ ਉਦੋਂ ਨਾ ਤਾਂ ਰਿਸ਼ਤੇਦਾਰ ਕਰਕੇ ਆਏ ਸਨ ਤੇ ਨਾ ਹੀ ਕਿਸੇ ਹੋਰ ਭਾਵਨਾ ਨਾਲ, ਕੇਵਲ ਤੇ ਕੇਵਲ ਅੰਦਰ ਇੱਕੋ ਹੀ ਸ਼ਰਧਾ ਸੀ ਕਿ ਇਹਨਾਂ ਤੋਂ ਮੇਰੇ ਜੀਵਨ ਦਾ ਉਧਾਰ ਹੋ ਜਾਏਗਾ, ਇਹਨਾਂ ਤੋਂ ਮੇਰੇ ਜੀਵਨ ਦਾ ਭਲਾ ਹੋ ਸਕਦਾ ਹੈ, ਮੇਰੇ ਜੀਵਨ ਦਾ ਭਲਾ ਕਰ ਸਕਦੇ ਨੇ। ਇਤਨੀ ਵੱਡੀ ਸ਼ਰਧਾ ਲੈ ਕੇ ਆਏ ਸਨ। ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਵੀ ਹਾਂ ਤੇ ਪ੍ਰਤੱਖ ਰੂਪ ਦੇ ਵਿੱਚ ਵੀ ਅੱਜ ਵੇਖ ਰਹੇ ਹਾਂ। ਜਿਵੇਂ ਵੇਖੋ, ਇੱਥੇ ਆਪਣੇ ਪਾਸ ਹੀ ਗੁਰਦੁਆਰਾ ਸਾਹਿਬ ਹੈ ਅੜੀਸਰ। ਇਹ ਪਾਵਨ ਗੁਰਦੁਆਰਾ ਸਾਹਿਬ, ਪਾਵਨ ਧਰਤੀ ਸਥਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਾਸੇ ਆਏ ਤੇ ਘੋੜੇ ਨੇ ਅੜੀ ਕੀਤੀ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਵਰ ਦੇ ਦਿੱਤਾ ਭਈ ਇਸ ਅਸਥਾਨ 'ਤੇ ਜਿਹੜਾ ਪਹੁੰਚੇਗਾ ਉਸ ਦੇ ਅੜੇ ਹੋਏ ਕੰਮ ਨੇ ਜਿਹੜੇ ਉਹ ਬਣ ਜਾਇਆ ਕਰਨਗੇ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਰਸਿੱਖ ਸੀ ਭਾਈ ਸ਼ਾਲੋ ਜੀ। ਜਿਸ ਵਕਤ ਬਾਲਣ ਦੀ ਥੁੜ ਪੈ ਗਈ ਸੀ ਤੇ ਭਾਈ ਸ਼ਾਲੋ ਜੀ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਹੁੰਚੇ। ਉੱਥੇ ਜਾ ਕੇ ਭਾਈ ਸ਼ਾਲੋ ਜੀ ਨੇ ਆਖਿਆ, ਭਾਈ ਇੱਕ ਪਾਥੀ ਦਾ ਇੱਕ ਪੁੱਤ, ਜਿਹੜਾ ਵੀ ਗੁਰੂ ਘਰ ਇੱਕ ਪਾਥੀ ਪਹੁੰਚਾਏਗਾ ਉਹਨੂੰ ਪੁੱਤਰ ਦੀ ਪ੍ਰਾਪਤੀ ਹੋਏਗੀ। ਹੁਣ ਪਾਥੀਆਂ ਦੇ ਗੱਡੇ ਭਰ ਕੇ ਆਉਣ ਲੱਗ ਗਏ ਤੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਵੀ ਕਿਹੜਾ ਗੁਰਸਿੱਖ ਹੈ ਜਿਸ ਨੇ ਇਤਨਾ ਪ੍ਰਚਾਰ ਕੀਤਾ ਹੈ, ਭਾਈ ਪਾਥੀਆਂ ਦੇ ਗੱਡੇ ਬਾਲਣ ਹੀ ਬਾਲਣ ਹੋ ਗਿਆ ਹੈ, ਥੋੜ੍ਹੀ ਕੋਈ ਨਹੀਂ ਰਹੀ। ਤੇ ਸੰਗਤਾਂ ਨੇ ਦੱਸਿਆ ਜੀ ਭਾਈ ਸਾਲੋ ਜੀ ਨੇ, ਤੇ ਉਹਨਾਂ ਨੇ ਇਸ ਤਰ੍ਹਾਂ ਪ੍ਰਚਾਰ ਕੀਤਾ ਵੀ ਇੱਕ ਪਾਥੀ ਦਾ ਇੱਕ ਪੁੱਤ। ਗੁਰੂ ਅਰਜਨ ਦੇਵ ਜੀ ਨੇ ਸੱਦ ਲਿਆ, ਭਾਈ ਸਾਲੋ ਜੀ ਇਹ ਤੁਸੀਂ ਕੀ ਆਖ ਆਏ ਹੋ, ਇੱਕ ਪਾਥੀ ਦਾ ਇੱਕ ਪੁੱਤ? ਤੇ ਭਾਈ ਸਾਲੋ ਜੀ ਕਹਿੰਦੇ, ਸੱਚੇ ਸਤਿਗੁਰ ਜੀ ਗੱਲ ਨਾ ਪਾਥੀ ਦੀ ਤੇ ਨਾ ਪੁੱਤ ਦੀ, ਗੱਲ ਸ਼ਰਧਾ ਦੀ ਹੈ। ਭਾਈ ਸਾਲੋ ਜੀ ਨੇ ਵਚਨ ਕੀਤੇ, ਸੱਚੇ ਸਤਿਗੁਰ ਗੁਰੂ ਅਰਜਨ ਦੇਵ ਜੀ ਗੱਲ ਨਾ ਇੱਥੇ ਪਾਥੀ ਦੀ ਤੇ ਨਾ ਗੱਲ ਇਹ ਪੁੱਤਰ ਦੀ, ਗੱਲ ਸ਼ਰਧਾ ਦੀ ਹੈ। ਮੈਨੂੰ ਆਪ ਜੀ ਦੇ ਉੱਤੇ ਇਤਨੀ ਸ਼ਰਧਾ ਹੈ, ਇਤਨੀ ਸ਼ਰਧਾ ਹੈ ਕਿ ਤੁਸੀਂ ਸੱਚੇ ਸਤਿਗੁਰ ਜੀ ਕੁਝ ਵੀ ਕਰ ਸਕਦੇ ਹੋ, ਇੱਕ ਪਾਥੀ ਦਾ ਇੱਕ ਪੁੱਤ ਦੇ ਸਕਦੇ ਹੋ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਫਿਰ ਵਰ ਬਖਸ਼ੇ ਸਨ, ਚੰਗਾ ਭਾਈ ਸਾਲੋ ਇਸ ਅਸਥਾਨ 'ਤੇ ਨਾ ਤੇਰੇ ਪਾਸ, ਤੇਰੇ ਅਸਥਾਨ 'ਤੇ ਅੰਮ੍ਰਿਤਸਰ ਸਾਹਿਬ ਅਸਥਾਨ ਹੈ ਭਾਈ ਸਾਲੋ ਦਾ, ਜੇ ਕਿਤੇ ਗਏ ਤੇ ਜ਼ਰੂਰ ਦਰਸ਼ਨ ਕਰਕੇ ਆਈਓ। ਭਾਈ ਸਾਲੋ ਜੀ ਜਿਹੜਾ ਵੀ ਤੁਹਾਡੇ ਅਸਥਾਨ 'ਤੇ ਇਸ ਤਰ੍ਹਾਂ ਦੀ ਸ਼ਰਧਾ ਦੇ ਨਾਲ ਪਾਥੀਆਂ ਲੈ ਕੇ ਪਹੁੰਚੇਗਾ ਉਹਨਾਂ ਨੂੰ ਪੁੱਤਰਾਂ ਦੀ ਪ੍ਰਾਪਤੀ ਹੋਏਗੀ। ਤੇ ਅੱਜ ਵੀ ਜਿਹੜਾ ਭਾਈ ਸਾਲੋ ਜੀ ਦੇ ਵਿੱਚ ਸ਼ਰਧਾ ਰੱਖ ਕੇ ਉੱਥੇ ਪਹੁੰਚਦਾ ਹੈ ਉਹਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਗੱਲ ਸ਼ਰਧਾ ਦੀ ਹੈ, ਜਿੰਦੇ ਅੰਦਰ ਇਹ ਸ਼ਰਧਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨ ਨੇ ਤੇ ਕਦੇ ਗੁਰੂ ਦੇ ਵਚਨ ਐਵੇਂ ਨਹੀਂ ਜਾਂਦੇ। ਇਸ ਸ਼ਰਧਾ ਦੇ ਨਾਲ ਜਿਹੜਾ ਅੜੀਸਰ ਪਹੁੰਚ ਜਾਂਦਾ ਹੈ ਉਹਦੇ ਅੜੇ ਹੋਏ ਕੰਮ ਨਿਕਲ ਜਾਂਦੇ ਨੇ। ਤੇ ਇਸੇ ਤਰ੍ਹਾਂ ਜਿਹੜਾ ਭਾਈ ਸਾਲੋ ਦੇ ਵਿੱਚ ਸ਼ਰਧਾ ਰੱਖ ਕੇ ਉੱਥੇ ਪਹੁੰਚ ਜਾਂਦਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਉਹਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿੱਥੇ ਮੈਂ ਗੱਲ ਲੈ ਕੇ ਆਉਣੀ ਸੀ, ਧੰਨ ਗੁਰੂ ਅਮਰਦਾਸ ਜੀ ਜਦੋਂ ਸੇਵਾ ਕਰਦੇ ਸਨ, ਹੁਣ ਸੇਵਾ ਹੋਰ ਵੀ ਬੜੇ ਕਰਦੇ ਸਨ। ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਹੋਰ ਵੀ ਬੜੀਆਂ ਸੰਗਤਾਂ ਸਨ, ਪਰ ਜਿਹੜੀ ਅੰਦਰ ਦੀ ਸ਼ਰਧਾ ਸੀ ਧੰਨ ਗੁਰੂ ਅਮਰਦਾਸ ਜੀ ਦੀ, ਉਹ ਇਹ ਸੀ ਵੀ ਇਹ ਰੱਬ ਨੇ। ਸੇਵਾ ਕਰਦੇ ਤੇ ਸ਼ਰਧਾ ਇਹ ਸੀ ਵੀ ਇਹ ਰੱਬ ਨੇ। ਤੇ ਵੇਖੋ ਰੱਬ ਵਾਲੀ ਸ਼ਰਧਾ ਦੇ ਨਾਲ ਧੰਨ ਗੁਰੂ ਅਮਰਦਾਸ ਜੀ ਰੱਬ ਬਣ ਗਏ।
ਇਸ ਤਰ੍ਹਾਂ ਸੇਵਾ ਦੇ ਨਾਲ ਜਿਸ ਤਰ੍ਹਾਂ ਦੀ ਸਾਡੀ ਸ਼ਰਧਾ ਹੈ ਉਸ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਂਦਾ। ਜੇ ਸੇਵਾ ਕਰਦਿਆਂ ਦੇ ਵਿੱਚ ਸ਼ਰਧਾ ਨਹੀਂ, ਫਿਰ ਸੇਵਾ ਜਿਹੜੀ ਹੈ ਇੱਕ ਪੁੰਨ ਰਹਿ ਜਾਂਦਾ ਹੈ। ਸੇਵਾ ਕੀਤੀ ਦਾ ਫਲ ਮਿਲਦਾ, ਚੰਗਾ ਪੁੰਨ ਲੱਗਦਾ, ਚੰਗਾ ਕਰਮ ਬਣ ਰਿਹਾ ਹੈ। ਪਰ ਜਿਵੇਂ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਨੂੰ ਪ੍ਰਾਪਤੀ ਹੋਈ ਹੈ, ਇਸ ਤਰ੍ਹਾਂ ਦੀ ਪ੍ਰਾਪਤੀ ਤੋਂ ਅਸੀਂ ਸੱਖਣੇ ਰਹਿ ਜਾਂਦੇ। ਜੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਧੰਨ ਗੁਰੂ ਅਮਰਦਾਸ ਜੀ ਦੀ ਤਰ੍ਹਾਂ ਪ੍ਰਾਪਤੀ ਹੋਵੇ, ਗੁਰੂ ਕਿਰਪਾ ਕਰੇ, ਸਾਡਾ ਜੀਵਨ ਵੀ ਸਫਲ ਹੋ ਜਾਵੇ, ਅਸੀਂ ਵੀ ਮੁਕਤ ਹੋ ਜਾਈਏ, ਅਤੇ ਫਿਰ ਸ਼ਰਧਾ ਇਹ ਬਣਾਉਣੀ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਰੱਬ ਦਾ ਰੂਪ ਹੈ, ਇਹ ਰੱਬੀ ਬਾਣੀ ਹੈ। ਸੋ ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਸ਼ਰਧਾ ਦੇ ਨਾਲ ਜੋ ਸੇਵਾ ਕਰਦੇ ਸਨ, ਜਿਸ ਤਰ੍ਹਾਂ ਦੀ ਭਾਵਨਾ ਸੀ ਉਸ ਤਰ੍ਹਾਂ ਦੇ ਭਾਗ ਲੱਗ ਕੇ ਗੁਰੂ ਅੰਗਦ ਦੇਵ ਜੀ ਦੀ ਰਹਿਮਤ ਕਿਰਪਾ ਦੇ ਨਾਲ ਇੱਕ ਦਿਨ ਰੱਬ ਦਾ ਰੂਪ ਹੋ ਗਏ। ਇਹ ਸ਼ਬਦ ਜਿਹੜਾ ਸੁਰ ਤਾਲ ਦੇ ਪਹਿਲੇ ਘਰ ਦੇ ਅੰਦਰ ਗਾਇਨ ਕਰਨਾ ਹੈ। ਅੱਗੇ ਗੁਰੂ ਜੀ ਨੇ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲਾਚਰਨ ਕੀਤਾ ਹੈ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਉਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਇਹ ਪਾਵਨ ਸ਼ਬਦ ਜਿਹੜਾ, ਇਹ ਸਾਰੇ ਸ਼ਬਦ ਦੇ ਵਿੱਚ ਗੱਲ ਸ਼ਰਧਾ ਦੀ ਹੈ। ਇਸ ਕਰਕੇ ਦਾਸ ਨੇ ਪ੍ਰਾਰੰਭਤਾ ਦੇ ਵਿੱਚ ਭੂਮਿਕਾ ਦੇ ਵਿੱਚ ਆਪ ਜੀ ਨੂੰ ਸਮਝਾਉਣਾ ਕੀਤਾ ਹੈ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ, ਸੇਵਾ ਦੇ ਨਾਲ ਸ਼ਰਧਾ ਜਿਹੜੀ, ਜਿਸ ਤਰ੍ਹਾਂ ਦੀ ਸਾਡੇ ਅੰਦਰ ਸ਼ਰਧਾ ਹੈ, ਭਾਗ ਉਸ ਤਰ੍ਹਾਂ ਦੇ ਲੱਗਣੇ ਨੇ। ਜੇ ਸ਼ਰਧਾ ਸਾਡੀ ਨਹੀਂ ਹੈਗੀ, ਸੇਵਾ ਜਿਹੜੀ ਨਿਸਫਲ ਨਹੀਂ ਜਾਏਗੀ, ਸੇਵਾ ਨੂੰ ਭਾਗ ਲੱਗੇਗਾ, ਪੁੰਨ ਕਰਮ ਹੋ ਰਹੀ ਹੈ ਸੇਵਾ। ਸੋ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਸਾਨੂੰ ਇਹੀ ਦੱਸਦੇ ਨੇ, ਬਿਨਾਂ ਸੇਵਾ ਤੋਂ, ਬਿਨਾਂ ਸਿਮਰਨ ਤੋਂ ਜਿਹੜਾ ਖਾਣਾ ਹੈ ਨਾ, ਉਹਨੂੰ ਵੀ ਤਰਕਾਰ ਹੈ। ਤ੍ਰਿਗ ਤ੍ਰਿਗ ਖਾਇਆ, ਅਸੀਂ ਖਾਂਦੇ ਹਾਂ, ਖਾ ਕੇ ਜਿਉਂਦੇ ਹਾਂ, ਅਤੇ ਜਿਉਣ ਦੇ ਲਈ ਹੀ ਖਾਂਦੇ ਹਾਂ। ਜੇ ਨਾ ਖਾਈਏ ਤਾਂ ਜਿਉਆ ਨਹੀਂ ਜਾਏਗਾ। ਪਰ ਉਸ ਖਾਣ ਨੂੰ ਤਰਕਾਰ ਹੈ ਜਿਹਦੇ ਅੰਦਰ ਇਸ ਗੱਲ ਦੀ ਸ਼ਰਧਾ ਹੀ ਨਹੀਂ ਵੀ ਮੈਨੂੰ ਇਹ ਜੇ ਮਿਲਿਆ ਨਾ, ਜੋ ਇਹ ਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਹੈ, ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਮੈਨੂੰ ਦਾਤ ਬਖਸ਼ੀ ਹੈ, ਅਤੇ ਸੱਚੇ ਸਤਿਗੁਰ ਦੀ ਦਾਤ ਦੇ ਨਾਲ ਮੈਨੂੰ ਇਹ ਪ੍ਰਾਪਤ ਹੋਇਆ ਹੈ, ਅਤੇ ਗੁਰੂ ਦਾ ਸ਼ੁਕਰਾਨਾ ਕਰਨਾ ਹੈ। ਮੈਂ ਇੱਕ ਵਾਰੀ ਫਿਰ ਦੱਸਾਂਗਾ। ਦੂਜੀ, ਸਮੁੱਚੇ ਤੌਰ 'ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਨਾ, ਬਾਹਰ ਲਿਖਿਆ ਵੀ ਹੋਇਆ ਹੈ ਮੋਬਾਈਲ ਬੰਦ ਰੱਖੋ। ਘੱਟ ਤੋਂ ਘੱਟ ਅਸੀਂ ਸਾਈਲੈਂਟ 'ਤੇ ਲਾ ਲਈਏ ਜੇ ਬੰਦ ਨਹੀਂ ਰੱਖ ਸਕਦੇ ਤਾਂ। ਸੋ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ। ਇੱਥੇ ਧੰਨ ਗੁਰੂ ਅਮਰਦਾਸ ਜੀ ਸਾਨੂੰ ਇਹ ਦੱਸਦੇ ਨੇ, ਜਦੋਂ ਅਸੀਂ ਗੁਰਕੀ ਮੂੰਹ ਦੇ ਵਿੱਚ ਪਾਣੀ ਹੈ, ਉਦੋਂ ਸ਼ੁਕਰਾਨਾ ਕਰਨਾ ਹੈ ਕਿ ਹੇ ਸੱਚੇ ਸਤਿਗੁਰ ਜੀ, ਆਪ ਜੀ ਦੀ ਰਹਿਮਤ ਕਿਰਪਾ ਦੇ ਨਾਲ ਇਹ ਚੋਗ ਜੋ ਤੁਸੀਂ ਖੰਡਾਈਏ ਅਸੀਂ ਚੁਗਣ ਲੱਗੇ ਹਾਂ, ਇਹ ਸ਼ਰਧਾ ਬਣ ਗਈ ਹੈ। ਹੁਣ ਇਸ ਖਾਧੇ ਨੂੰ ਤਰਕਾਰ ਨਹੀਂ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ, ਨਹੀਂ ਤਾਂ ਆਪਾਂ ਇੱਕ ਵਾਰੀ ਫਿਰ ਹੋਰ ਦੁਹਰਾ ਲੈਂਦੇ ਹਾਂ। ਹੁਣ ਇੱਥੇ ਨਾ, ਜਦੋਂ ਆਪਾਂ ਗੁਰਬਾਣੀ ਨੂੰ ਆਮ ਤਰੀਕੇ ਦੇ ਨਾਲ ਸਮਝਦੇ ਹਾਂ ਨਾ, ਫਿਰ ਤਾਂ ਇਸ ਤਰ੍ਹਾਂ ਲੱਗਦਾ ਵੀ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਖਰੇ ਨੂੰ ਵੀ ਸਾਨੂੰ ਖਾਣਾ ਹੀ ਨਹੀਂ ਚਾਹੀਦਾ। ਅਤੇ ਨਹੀਂ, ਗੁਰੂ ਜੀ ਤਾਂ ਆਖਦੇ ਨੇ ਖਾਣਾ ਚਾਹੀਦਾ ਹੈ। ਭਗਤ ਕਬੀਰ ਜੀ ਦਾ ਸ਼ਬਦ ਹੁੰਦਾ ਹੈ, ਧੰਨ ਗੋਪਾਲ, ਉਹ ਅਕਾਲ ਪੁਰਖ ਵਾਹਿਗੁਰੂ ਧੰਨਤਾ ਦੇ ਯੋਗ ਹੈ। ਧੰਨ ਗੁਰਦੇਵ ਤੇ ਮੇਰਾ ਗੁਰੂ ਹੈ ਜਿਹੜਾ, ਉਹ ਵੀ ਧੰਨਤਾ ਦੇ ਯੋਗ ਹੈ। ਧੰਨ ਅਨਾਦ, ਅੰਨ ਆਦ, ਅੰਨ ਕਹਿੰਦੇ ਨੇ ਕਣਕ ਨੂੰ ਖਾਣ ਵਾਲੇ, ਅਤੇ ਆਦ ਦਾ ਅਰਥ ਇਹਦੇ ਨਾਲ ਜੋ ਅਸੀਂ ਸਬਜ਼ੀ ਭਾਜੀ ਖਾਂਦੇ ਹਾਂ, ਫਲ ਫਰੂਟ ਖਾਂਦੇ ਹਾਂ। ਧੰਨ ਅਨਾਦ ਭਗਤ ਕਬੀਰ ਜੀ ਤੇ ਵੇਖੋ, ਧੰਨ ਨੂੰ ਵਾਹਿਗੁਰੂ ਜੀ ਜਿਹੜਾ ਅਸੀਂ ਅੰਨ ਖਾਂਦੇ ਹਾਂ, ਇਹਨੂੰ ਧੰਨ ਆਖਿਆ। ਧੰਨ ਅਨਾਦ, ਅੰਨ ਆਦ, ਅਨਾਦ ਜਿਹੜਾ ਅਸੀਂ ਅੰਨ ਖਾਂਦੇ ਹਾਂ, ਇਹਨੂੰ ਧੰਨ ਆਖਿਆ। ਅਤੇ ਫਿਰ ਹੁਣ ਸਾਡੀ ਜਿਹੜੀ ਸਮਝ ਹੈ, ਇਹ ਜੇ ਸੰਪੂਰਨ ਤੌਰ 'ਤੇ ਅਸੀਂ ਗੁਰਬਾਣੀ ਪੜ੍ਹਾਂਗੇ ਤਾਂ ਫਿਰ ਹੀ ਸਾਨੂੰ ਅਰਥਾਂ ਦੀ ਸਮਝ ਆਏਗੀ ਨਾ, ਗੁਰੂ ਮਹਾਰਾਜ ਜੀ ਆਖ ਕੀ ਰਹੇ ਨੇ। ਅਤੇ ਜੇ ਸਾਰੀ ਗੁਰਬਾਣੀ 'ਤੇ ਅਸੀਂ ਫਿਲੋਸਫੀ ਨਹੀਂ ਕਰਦੇ, ਡੂੰਘਾਈ ਦੇ ਨਾਲ ਵਿਚਾਰ ਨਹੀਂ ਕਰਦੇ, ਅਤੇ ਫਿਰ ਅਸੀਂ ਆਪ ਹੀ ਕਿੰਤੂ ਦਾ ਪਾਤਰ ਬਣ ਜਾਂਗੇ। ਤੁਸੀਂ ਮੈਨੂੰ ਕਹਿਣ ਲੱਗ ਜਾਓਗੇ, ਗਿਆਨੀ ਜੀ ਉੱਥੇ ਤਾਂ ਤੁਸੀਂ ਇਹ ਅਰਥ ਕੀਤੇ ਸਨ ਬਈ ਜਿਹੜਾ ਅੰਨ ਖਾਣਾ ਹੈ ਇਹਨੂੰ ਤਰਕਾਰ ਹੈ, ਅਤੇ ਹੁਣ ਤੁਸੀਂ ਕਹਿ ਰਹੇ ਹੋ ਭਗਤ ਕਬੀਰ ਜੀ ਕਹਿੰਦੇ ਨੇ ਅੰਨ ਧੰਨਤਾ ਦੇ ਯੋਗ ਨੇ।
ਇਸ ਲਈ ਸਾਨੂੰ ਕਥਾ ਕਰਨ ਤੋਂ ਪਹਿਲਾਂ, ਗੁਰਬਾਣੀ ਦੀਆਂ ਵਿਚਾਰਾਂ ਕਰਨ ਤੋਂ ਪਹਿਲਾਂ ਬੜੀ ਡੂੰਘਾਈ ਦੇ ਨਾਲ ਸੋਚਣਾ ਪੈਂਦਾ ਗੱਲ ਨੂੰ ਵੀ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਅੰਤਰੀਵ ਤੌਰ 'ਤੇ ਕੀ ਆਖ ਰਹੇ ਨੇ। ਉਹ ਫਿਰ ਗੁਰੂ ਜੀ ਦੇ ਆਖੇ ਹੋਏ ਵਚਨ ਨੇ, ਜਿਹੜੇ ਗੁਰੂ ਜੀ ਦੇ ਕਹੇ ਹੋਏ ਜਿਹੜੇ ਵਚਨ ਨੇ, ਉਹਨਾਂ ਨੂੰ ਇੱਕ ਭੂਮਿਕਾ ਬਣਾ ਕੇ ਕੋਈ ਪ੍ਰਸੰਗ ਲੈ ਕੇ ਤੇ ਸੰਗਤਾਂ ਦੀ ਸੇਵਾ ਕਰਨੀ ਪੈਂਦੀ ਤਾਂ ਕਿ ਗੱਲ ਦੀ ਸਮਝ ਆ ਜਾਵੇ। ਮੇਰੇ ਕੋਲ ਹੁਣ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਹੁਣ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਇਹ ਦੱਸਦੇ ਨੇ, ਤ੍ਰਿਗ ਤ੍ਰਿਗ ਖਾਇਆ। ਹੁਣ ਖਾਣਾ ਤਾਂ ਅਸੀਂ ਸਾਰਿਆਂ ਨੇ ਖਾਧੇ ਬਿਨਾਂ ਤਾਂ ਭਾਈ ਜਿਉਂਦਾ ਨਹੀਂ ਰਿਹਾ ਜਾਏਗਾ। ਤੇ ਫਿਰ ਗੁਰੂ ਜੀ ਤਰਕਾਰ ਕਿਉਂ ਆਖਦੇ ਨੇ? ਗੁਰੂ ਜੀ ਉਸ ਖਾਧੇ ਨੂੰ ਤਰਕਾਰ ਆਖਦੇ ਨੇ ਜਿਹੜਾ ਰੱਬ ਦਾ ਨਾਮ ਲਏ ਤੋਂ ਬਿਨਾਂ ਖਾਧਾ ਜਾਂਦਾ ਹੈ। ਫਿਰ ਮਹਾਂਪੁਰਸ਼ਾਂ ਨੇ ਸਾਨੂੰ ਇਹ ਸਿਖਾਇਆ ਵੀ ਜਦੋਂ ਪ੍ਰਸ਼ਾਦਾ ਛਕਣਾ ਨਾ ਉਦੋਂ ਸ਼ਲੋਕ ਪੜ੍ਹਨਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੁਣ ਕਈਆਂ ਦੇ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ ਹੋਣਾ ਵੀ ਫਿਰ ਅਸੀਂ ਇਹੀ ਸ਼ਲੋਕ ਕਿਉਂ ਪੜ੍ਹਦੇ ਹਾਂ, ਕਿਉਂਕਿ ਸੁਖਮਨੀ ਸਾਹਿਬ ਦੇ ਅੰਦਰ ਇਹ ਜਿਹੜਾ ਸ਼ਲੋਕ ਹੈ ਨਾ, ਇਹ ਸ਼ਲੋਕ ਸਾਡੇ ਜੀਵਨ ਦੇ ਉਹਨਾਂ ਪਹਿਲੂਆਂ ਦੇ ਨਾਲ ਜੁੜੇ ਆ ਜਿਹੜੇ ਅਸੀਂ ਖਾਂਦੇ ਤੇ ਪੀਂਦੇ ਹਾਂ। ਇਸ ਸ਼ਲੋਕ ਨੂੰ ਜਦੋਂ ਅੱਗੇ ਅਸ਼ਟਪਦੀ ਦੇ ਰੂਪ ਦੇ ਵਿੱਚ ਗੁਰੂ ਜੀ ਨੇ ਖੋਲ੍ਹਿਆ ਨਾ, ਅਰਥ ਕੀਤੇ ਨੇ, ਤੇ ਉੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ, ਜੇ ਪ੍ਰਸ਼ਾਦ 36 ਅੰਮ੍ਰਿਤ ਖਾਏ, ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਅੰਮ੍ਰਿਤ ਛਕਣਾ ਨੇ, ਤਿਸ ਪ੍ਰਭ ਕੋ ਰਾਖ ਮਨ ਮਾਏ, ਉਸ ਪ੍ਰਭੂ ਨੂੰ ਮਨ ਦੇ ਵਿੱਚ ਰੱਖਣਾ ਕਰ। ਸੋ ਸ਼ਲੋਕ ਹੈ ਜਿਹੜਾ ਉਹਨੂੰ ਜਦੋਂ ਖੋਲ੍ਹਿਆ ਤੇ ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸ਼ਲੋਕ ਇਸ ਵਾਸਤੇ ਉਚਾਰਿਆ ਹੈ, ਕਾਮ ਕ੍ਰੋਧ ਅਰ ਲੋਭ ਮੋਹ, ਜੋ ਅਸੀਂ ਪਦਾਰਥ ਖਾਂਦੇ ਹਾਂ ਉਹਨਾਂ ਤੋਂ ਸਾਡੇ ਅੰਦਰ ਇਹ ਬੁਰਾਈਆਂ ਨੇ ਜਿਹੜੀਆਂ ਇਹ ਨਹੀਂ ਆਉਣੀਆਂ ਚਾਹੀਦੀਆਂ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਹੇ ਸੱਚੇ ਸਤਿਗੁਰ ਜੀ ਇਹ ਵਕਾਰ, ਇਹ ਜਿਹੜੇ ਬੁਰਾਈਆਂ ਨੇ, ਇਹਨਾਂ ਸਾਰੀਆਂ ਦਾ ਨਾਸ ਹੋ ਜਾਵੇ। ਕਰ ਪ੍ਰਸਾਦ ਗੁਰਦੇਵ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਇਹ ਸਾਡੇ ਤੇ ਕਿਰਪਾ ਕਰ ਦਿਓ, ਇਹ ਸਾਡੇ ਤੇ ਰਹਿਮਤ ਕਰ ਦਿਓ। ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਹੋ ਗਿਆ, ਛਕਣ ਤੋਂ ਪਹਿਲਾਂ ਉਹਦਾ ਨਾਂ ਲਿਆ ਗਿਆ। ਤੇ ਇਸ ਤਰ੍ਹਾਂ ਜਿਹੜਾ ਖਾਧਾ ਹੈ ਨਾ, ਉਹਨੂੰ ਤਰਕਾਰ ਨਹੀਂ ਹੈਗੀ। ਤ੍ਰਿਗ ਤ੍ਰਿਗ ਖਾਇਆ, ਜਦੋਂ ਰੱਬ ਦਾ ਨਾਂ ਲੈ ਕੇ ਛਕਾਂਗੇ, ਵਾਹਿਗੁਰੂ ਆਖ ਕੇ ਛਕਾਂਗੇ। ਜਿਹਨੂੰ ਨਹੀਂ ਸ਼ਲੋਕ ਪੜ੍ਹਨਾ ਹੁੰਦਾ, ਵਾਹਿਗੁਰੂ ਆਖ ਲਵੇ, 5 ਵਾਰੀ ਇੱਕ ਨਿਯਮ ਬਣਾ ਲਵੇ ਵੀ ਮੈਂ ਬੁਰਕੀ ਪਹਿਲੀ ਮੂੰਹ ਦੇ ਵਿੱਚ ਪਾਉਣ ਤੋਂ ਪਹਿਲਾਂ ਦੋਵੇਂ ਹੱਥ ਜੋੜ ਲੈਣੇ ਨੇ, ਤੇ ਭਾਵਨਾ ਜਿਹੜੀ ਇਹਨਾਂ ਸ਼ਰਧਾ ਉਹ ਇਹ ਹੋਵੇ ਵੀ ਗੁਰੂ ਨੂੰ ਭੋਗ ਲਾਉਣ ਲੱਗਾ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਮੇਰੇ ਇਸ ਪ੍ਰਸ਼ਾਦੇ ਨੂੰ ਨਾ ਕਿਰਪਾ ਕਰਨ ਲੱਗੇ ਨੇ, ਆਪ ਭੋਗ ਲਾਉਣ ਲੱਗੇ ਨੇ, ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੂੰ ਮੈਂ ਅਰਪਣ ਕਰਕੇ ਭੋਗ ਲਵਾ ਕੇ ਤੇ ਫਿਰ ਛਕਣ ਲੱਗਾ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤ੍ਰਿਗ ਤ੍ਰਿਗ ਖਾਇਆ, ਬਿਨਾਂ ਗੁਰੂ ਨੂੰ ਯਾਦ ਕੀਤੇ ਤੋਂ ਜਿਹੜਾ ਖਾਣਾ ਹੈ ਉਹਨੂੰ ਤਰਕਾਰ ਹੈ। ਤ੍ਰਿਗ ਤ੍ਰਿਗ ਸੋਇਆ, ਤੇ ਹੁਣ ਜੇ ਸੌਣਾ ਹੈ ਉਦੋਂ ਵੀ ਗੁਰੂ ਨੂੰ ਯਾਦ ਨਹੀਂ ਕਰਨਾ ਤੇ ਉਹਨੂੰ ਵੀ ਤਰਕਾਰ ਹੈ। ਇਸ ਦੇ ਲਈ ਦਾਸ ਨੇ ਇੱਕ ਦਿਨ ਵਾਹਵਾ ਖੇਚਲਾ ਕੀਤੀ ਸੀ, ਸੰਗਤਾਂ ਨੂੰ ਇਹ ਦੱਸਿਆ ਸੀ ਕਿ ਇੱਕ ਬੱਚਾ ਜੇ ਉਹ ਗਲੀ 'ਚ ਸੌਂ ਜਾਵੇ ਤੇ ਉਹ ਸੇਫ ਨਹੀਂ ਹੈਗਾ, ਤੇ ਜਿਹੜਾ ਬੱਚਾ ਮਾਂ ਦੀ ਗੋਦ ਦੇ ਵਿੱਚ ਸੌਂ ਜਾਵੇ ਉਹ ਸੇਫ ਹੈ। ਹੁਣ ਬੱਚੇ ਖੇਡਦੇ ਖੇਡਦੇ ਸੌਂ ਜਾਂਦੇ ਨੇ, ਖੇਡਦਾ ਖੇਡਦਾ ਮਾਂ ਦੀ ਗੋਦ ਦੇ ਵਿੱਚ ਸੌਂ ਗਿਆ ਤੇ ਉਹ ਸੇਫ ਹੈ। ਇਸ ਲਈ ਫਿਰ ਮਹਾਂਪੁਰਸ਼ਾਂ ਨੇ, ਗੁਰੂ ਪੀਰਾਂ ਨੇ ਸਾਨੂੰ ਇੱਕ ਮਰਿਆਦਾ ਦੇ ਵਿੱਚ ਬੰਨ੍ਹ ਦਿੱਤਾ। ਮਰਿਆਦਾ ਐਵੇਂ ਨਹੀਂ ਬਣਦੀਆਂ, ਬੜੀ ਡੂੰਘਾਈ ਦੇ ਨਾਲ ਸੋਚ ਕੇ ਬਣਦੀਆਂ ਨੇ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ 10ਵੇਂ ਪਾਤਸ਼ਾਹ ਨੇ ਸਾਨੂੰ ਇੱਕ ਮਰਿਆਦਾ ਦੇ ਵਿੱਚ ਬੰਨ੍ਹ ਦਿੱਤਾ ਵੀ ਗੁਰਮੁਖ ਪਿਆਰਿਆ, ਤੇਰੇ ਜੀਵਨ ਦਾ ਇੱਕ ਅਹਿਮ ਅੰਗ ਹੈ ਵੀ ਤੂੰ ਕੀਰਤਨ ਸੋਹਲੇ ਦੀ ਬਾਣੀ ਪੜ੍ਹ ਕੇ ਸੌਣਾ ਹੈ, ਉਵੇਂ ਸੌਣਾ ਨਹੀਂ, ਤਾਂ ਕਿ ਤੂੰ ਆਪਣੀ ਮਾਂ ਦੀ ਗੋਦ ਦੇ ਵਿੱਚ ਸੌਵੇਂ ਤੇ ਤੇਰੀ ਮਾਂ ਜਿਹੜੀ ਗੁਰਬਾਣੀ ਹੈ ਇਹ ਤੈਨੂੰ ਸੇਫ ਰੱਖੇ। ਇਹੀ ਗੱਲ ਧੰਨ ਗੁਰੂ ਅਮਰਦਾਸ ਜੀ ਆਖਦੇ ਨੇ। ਜੇ ਅਸੀਂ ਵੀ ਨਾਟਕ ਚੇਟਕ ਵੇਖਦੇ ਸੌਂ ਜਾਂਦੇ ਹਾਂ ਜਾਂ ਹੋਰ ਗੱਲਾਂ ਬਾਤਾਂ ਨਿੰਦਿਆ ਚੁਗਲੀ ਕਰਦੇ ਸੌਂ ਜਾਂਦੇ ਹਾਂ, ਤੇ ਫਿਰ ਉਸ ਸੌਣ ਨੂੰ ਤਰਕਾਰੇ। ਸੁੱਤੇ ਬਿਨਾਂ ਤਾਂ ਭਾਈ ਗੁਰਮੁਖ ਪਿਆਰਿਓ ਸਰੀਰ ਇਹਨਾਂ ਜਿਹੜਾ ਇਹਦਾ ਥਕਾਨ ਹੀ ਨਹੀਂ ਉਤਰਦੀ, ਥਕੇਵਾਂ ਹੀ ਨਹੀਂ ਉਤਰਦਾ। ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਜਿਹੜੇ ਸਾਡੇ ਸਰੀਰ ਦੇ ਅੰਗਾਂ ਦੇ ਉੱਤੇ ਚੜੇ ਹੋਏ ਕੱਪੜੇ ਨੇ ਉਹਨਾਂ ਨੂੰ ਵੀ ਤਰਕਾਰ ਹੈ। ਹੁਣ ਕਿਹੜੇ ਕੱਪੜਿਆਂ ਨੂੰ ਤਰਕਾਰ ਨੇ? ਜਿਹੜੇ ਬਿਨਾਂ 10 ਨੌਆਂ ਦੀ ਕਮਾਈ ਤੋਂ ਜਾਂ ਬਿਨਾਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੂੰ ਦਾਨ ਭੇਟ ਕੀਤੇ ਤੋਂ ਅਸੀਂ ਆਪ ਪੈਰ ਲੈਂਦੇ ਹਾਂ। 3 ਸ਼ਬਦ ਨੇ। ਪਹਿਲਾ ਸ਼ਬਦ ਹੈ ਤ੍ਰਿਗ ਤ੍ਰਿਗ ਖਾਇਆ,
ਨਾਮ ਜਪੇ ਤੋਂ ਬਿਨਾ, ਸਿਮਰਨ ਕੀਤੇ ਤੋਂ ਬਿਨਾ ਜਿਹੜੀ ਬੁਰਕੀ ਮੂੰਹ ਦੇ ਵਿੱਚ ਪਾਣੀ ਹੈ ਉਸ ਨੂੰ ਤਰਕਾਰ ਹੈ। ਇਸੇ ਤਰ੍ਹਾਂ ਗੁਰੂ ਨੂੰ ਯਾਦ ਕੀਤੇ ਤੋਂ ਬਿਨਾ, ਨਿਤਨੇਮ ਬਾਣੀ ਪੜ੍ਹੇ ਸੁਣੇ ਤੋਂ ਬਿਨਾ ਜਿਹੜਾ ਸੌਂ ਜਾਣਾ ਹੈ, ਸਿਮਰਨ ਕਰੇ ਤੋਂ ਬਿਨਾ ਜਿਹੜਾ ਸੌਂ ਜਾਣਾ ਹੈ ਉਹਨੂੰ ਤਰਕਾਰ ਹੈ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤੇ ਬਿਨਾ ਦਸਾਂ ਨੌਆਂ ਦੀ ਕਿਰਤ ਕਮਾਈ ਤੋਂ ਜਿਹੜਾ ਸਰੀਰ ਦੇ ਉੱਤੇ ਅਣਕ ਪ੍ਰਕਾਰ ਦੇ ਵਸਤਰ ਓਢ ਲੈਣੇ ਨੇ ਨਾ, ਇਹਨਾਂ ਨੂੰ ਵੀ ਤਰਕਾਰ ਹੈ ਜੀ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤਰਕਾਰ ਹੈ ਇਸ ਸਰੀਰ ਨੂੰ। ਤ੍ਰਿਗ ਸਰੀਰ, ਇਸ ਸਰੀਰ ਨੂੰ ਹੀ ਤਰਕਾਰ ਹੈ, ਕਿਉਂਕਿ ਖਾ ਕੇ ਸਰੀਰ ਬਣਿਆ, ਸੌਂ ਕੇ ਸਰੀਰ ਬਣਿਆ, ਕੱਪੜ ਪਹਿਨ ਕੇ ਸਰੀਰ ਸੇਫ ਰਿਹਾ, ਪਰ ਇਸ ਨੂੰ ਤਰਕਾਰ ਹੈ ਇਤਨਾ ਸੋਲ ਰੱਖੇ ਨੂੰ। ਤ੍ਰਿਗ ਸਰੀਰ, ਕੁਟੰਬ ਕਹਿੰਦੇ ਨੇ ਪਰਿਵਾਰ ਨੂੰ, ਸਹਿਤ ਸਿਓ, ਸਹਿਤ ਪਰਿਵਾਰ ਦੇ, ਸਾਰਾ ਪਰਿਵਾਰ ਹੋਏ ਨੇ, ਇਹਦੇ 'ਚ ਪੋਤਰੇ ਪੜੋਤਰੇ ਦਾਦੇ ਪੋਤੇ ਸਾਰੇ ਆ ਗਏ ਨੇ। ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ, ਉਸ ਸਰੀਰ ਨੂੰ ਵੀ ਤਰਕਾਰ ਹੈ ਜਿਹੜੇ ਸਰੀਰ ਨੇ ਹੁਣ ਤੋਂ ਭਾਵੇਂ ਇਸ ਜੀਵਨ ਦੇ ਵਿੱਚ ਇਸ ਸਰੀਰ ਦੇ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਇਸ ਤੁਕ ਨੂੰ ਮੈਂ ਥੋੜ੍ਹਾ ਜਿਹਾ ਹੋਰ ਮਿਹਨਤ ਨਾਲ ਖੋਲਾਂਗਾ। ਤ੍ਰਿਗ ਸਰੀਰ, ਉਹ ਸਰੀਰ ਨੂੰ ਤਰਕਾਰ ਹੈ। ਕੁਟੰਬ ਸਹਿਤ ਸੋ, ਇੱਥੋਂ ਤੱਕ ਕਿ ਉਹਦੇ ਪਰਿਵਾਰ ਦੇ ਸਹਿਤ, ਇਕੱਲਾ ਸਰੀਰ ਹੀ ਨਹੀਂ, ਉਹ ਸਰੀਰ ਹੈ ਜਿਹੜਾ ਵੀ ਪਰਿਵਾਰ ਉਹਦੇ ਨਾਲ ਜੁੜਿਆ ਹੈ, ਭਾਵੇਂ ਪਤਨੀ ਹੈ, ਭਾਵੇਂ ਪੁੱਤਰ ਹੈ, ਭਾਵੇਂ ਪੁੱਤਰੀ ਹੈ, ਭਾਵੇਂ ਕੋਈ ਵੀ ਹੈ, ਉਹ ਸਾਰੇ ਪਰਿਵਾਰ ਦੇ ਜੀਆਂ ਨੂੰ ਵੀ ਤਰਕਾਰ ਹੈ, ਉਹਨਾਂ ਵੀ ਸਾਰੇ ਸਰੀਰਾਂ ਨੂੰ ਤਰਕਾਰ ਹੈ। ਜਿਤ ਹੁਣ ਖਸਮ ਨਾ ਪਾਇਆ, ਜੇ ਸਾਰੇ ਪਰਿਵਾਰ ਦੇ ਵਿੱਚੋਂ ਇੱਕ ਜੀਵ ਵੀ ਰੱਬ ਦੇ ਪ੍ਰਾਪਤੀ ਵਾਲਾ ਨਹੀਂ ਹੋ ਸਕਿਆ ਤਾਂ, ਜੇ ਸਾਰੇ ਜੀਆਂ ਦੇ ਵਿੱਚੋਂ ਇੱਕ ਜੀਵ ਵੀ, ਇੱਕ ਸਰੀਰ ਵੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਨਹੀਂ ਹੋ ਸਕਿਆ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਉਸ ਸਰੀਰ ਨੂੰ ਵੀ ਤਰਕਾਰ ਹੈ, ਤੇ ਉਹਨੇ ਆਪਣੇ ਪਰਿਵਾਰ ਨੂੰ ਵੀ ਤਰਕਾਰ ਦਿੱਤਾ ਹੈ ਜੀ। ਪੌੜੀ ਛੁੜਗੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਇੱਕ ਸਮਾਂ ਹੁੰਦਾ ਸੀ ਸਾਡੇ ਕੋਲ ਲੱਕੜ ਦੀਆਂ ਪੌੜੀਆਂ ਹੁੰਦੀਆਂ ਸਨ, ਬਾਂਸ ਦੇ ਦੋ ਲੰਮੇ ਲੰਮੇ ਡੰਡੇ ਲੈ ਕੇ, ਤੇ ਉਹਨਾਂ ਦੇ ਨਾਲ ਫਿਰ ਨਿੱਕੇ ਨਿੱਕੇ ਡੰਡਿਆਂ ਨੂੰ ਜੁਆਇੰਟ ਕਰਕੇ ਪੌੜੀ ਬਣਾਈ ਜਾਂਦੀ ਸੀ। ਡੰਡਿਆਂ ਨੂੰ ਹੱਥ ਪਾ ਕੇ ਤੇ ਪੌੜੀ ਦੇ ਉੱਤੇ ਚੜ੍ਹਿਆ ਜਾਂਦਾ ਸੀ। ਜੇ ਕਿਤੇ ਕੁਦਰਤੀ ਪੈਰ ਤਿਲਕ ਜਾਂਦਾ ਜਾਂ ਹੱਥ ਛੁੱਟ ਜਾਂਦਾ ਤੇ ਫਿਰ ਕੋਈ ਆਸਰਾ ਨਹੀਂ ਸੀ ਰਹਿੰਦਾ। ਅੱਜ ਕੱਲ੍ਹ ਦੀਆਂ ਪੌੜੀਆਂ ਜਿਹੜੀਆਂ ਨੇ ਇਹ ਹੋਰ ਢੰਗ ਦੀਆਂ ਨੇ, ਇਹ ਪੁਰਾਣੀਆਂ ਪੌੜੀਆਂ ਦੀ ਗੱਲ ਹੈ। ਪੌੜੀ ਛੁਟਕੀ, ਜੇ ਹੱਥ ਦੇ ਵਿੱਚੋਂ ਪੌੜੀ ਛੁੱਟ ਜਾਵੇ ਨਾ, ਫਿਰ ਹੱਥ ਨਾ ਆਵੇ ਤੇ ਉਹ ਛੁੱਟੀ ਹੋਈ ਪੌੜੀ ਹੱਥ ਦੇ ਵਿੱਚ ਨਹੀਂ ਆਉਂਦੀ, ਕਿਉਂਕਿ ਪੈਰ ਤਿਲਕੇ ਨੇ ਤੇ ਪੌੜੀ ਦੇ ਜਿਹੜੇ ਡੰਡੇ ਨੇ ਉਹਨਾਂ ਤੋਂ ਸਰੀਰ ਥੱਲੇ ਗਿਆ ਚੱਲਾ, ਤੇ ਹੱਥਾਂ ਨੇ ਭਾਰ ਨਹੀਂ ਸਹਾਰਿਆ ਤੇ ਫਿਰ ਉਹ ਧਰਤੀ ਤੇ ਆਣ ਕੇ ਡਿੱਗੇਗਾ। ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਅਹਿਲਾ ਕਹਿੰਦੇ ਨੇ ਜਿੰਦਾ ਮੁੱਲ ਹੀ ਕੋਈ ਨਹੀਂ, ਜਿਹੜਾ ਬੜਾ ਅਮੋਲਕ ਹੈ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਖਾਧੇ ਨੂੰ ਵੀ ਤਰਕਾਰ ਹੋ ਗਿਆ, ਸੁੱਤੇ ਨੂੰ ਵੀ ਤਰਕਾਰ ਹੋ ਗਿਆ, ਤੇ ਵਸਤਰ ਪਹਿਨਣ ਨੂੰ ਵੀ ਤਰਕਾਰ ਹੋ ਗਿਆ। ਜਿਸ ਦੇ ਅੰਦਰ ਸ਼ਰਧਾ ਭਾਵਨਾ ਨਹੀਂ ਹੈਗੀ, ਜਿਹੜਾ ਗੁਰੂ ਨੂੰ ਯਾਦ ਕੀਤੇ ਤੋਂ ਬਿਨਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦਾ ਹੈ, ਇੱਥੋਂ ਤੱਕ ਕਿ ਉਹ ਸਰੀਰ ਵੀ ਜਿਹੜਾ ਹੈ ਉਹਨੂੰ ਵੀ ਤਰਕਾਰ ਹੈ, ਤੇ ਜਿਹੜੇ ਪਰਿਵਾਰ ਦੇ ਵਿੱਚ ਉਹ ਸਰੀਰ ਰਹਿੰਦਾ ਨਾ, ਉਸ ਪਰਿਵਾਰ ਨੂੰ ਵੀ ਤਰਕਾਰ ਹੈ, ਜਿਹੜੇ ਸਰੀਰ ਨੇ ਹੁਣ ਆਪਣੇ ਖਸਮ ਦੀ ਪ੍ਰਾਪਤੀ ਨਹੀਂ ਕੀਤੀ। ਤੇ ਗੁਰੂ ਜੀ ਅੱਗੇ ਸਾਨੂੰ ਇੱਕ ਨੁਕਤੇ ਦੇ ਨਾਲ ਦੱਸਦੇ ਨੇ, ਇਹਨਾਂ ਨੂੰ ਨੁਕਤੇ ਆਖਿਆ ਜਾਂਦਾ ਹੈ, ਦ੍ਰਿਸ਼ਟਾਂਤ ਆਖਿਆ ਜਾਂਦਾ ਹੈ। ਦ੍ਰਿਸ਼ਟਾਂਤ ਨੇ ਜਿਹੜੇ 9 ਪ੍ਰਕਾਰ ਦੇ ਹੁੰਦੇ ਨੇ, ਜਿੱਥੇ ਕੋਈ ਜ਼ਿਆਦਾ ਵਿਦਵਾਨ ਬੈਠਾ ਹੋਵੇ ਨਾ, ਉੱਥੇ ਫਿਰ ਅਸੀਂ ਦ੍ਰਿਸ਼ਟਾਂਤ ਤੇ ਜਿਹੜੇ 9 ਦੇ 9 ਉਹਨਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਦਾ ਹਵਾਲਾ ਦਿੰਦੇ ਹਾਂ। ਤੇ ਵੈਸੇ ਆਮ ਅਸੀਂ ਆਪਾਂ ਸਾਰੇ ਇੱਕੋ ਜਿਹੇ ਹਾਂ, ਮੈਂ ਵੀ ਤੁਹਾਡੇ ਵਰਗਾ ਅਨਪੜ੍ਹ ਜਿਹੀ ਹਾਂ, ਇੱਥੇ ਫਿਰ ਨੁਕਤਾ ਆਖਿਆ ਜਾਂਦਾ ਹੈ, ਨੁਕਤੇ ਨਾਲ ਸਮਝ ਜ਼ਿਆਦੀ ਆ ਜਾਂਦੀ ਹੈ। ਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਇੱਥੇ ਇੱਕ ਨੁਕਤੇ ਦੇ ਨਾਲ ਦੱਸਿਆ। ਵੇਖੋ ਭਾਈ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਪੌੜੀਆਂ ਹੁੰਦੀਆਂ ਸੀ, ਉਹਨਾਂ ਪੌੜੀਆਂ ਤੋਂ ਕਈ ਵਾਰੀ ਨਾ ਪੈਰ ਤਿਲਕ ਜਾਂਦਾ ਸੀ, ਤੇ ਜਦੋਂ ਪੈਰ ਤਿਲਕ ਜਾਂਦਾ ਤੇ ਸਰੀਰ ਥੱਲੇ ਹੋ ਜਾਂਦਾ ਤੇ ਹੱਥਾਂ ਤੋਂ ਸਹਾਰਿਆ ਨਹੀਂ ਸੀ ਜਾਂਦਾ, ਫਿਰ ਧਰਤੀ ਤੇ ਡਿੱਗਦਾ ਤੇ ਬੜੀ ਸੱਟ ਵੱਜਦੀ। ਉਸੇ ਤਰ੍ਹਾਂ ਪੌੜੀ ਛੁਟਕੀ, ਇਹ ਜਿਹੜਾ ਜੀਵਨ ਹੈ ਸਾਡਾ, ਮਨੁੱਖਾ ਸਰੀਰ ਹੈ, ਇਹ ਵੀ ਇੱਕ ਪੌੜੀ ਤੇ ਅਸੀਂ ਪਹੁੰਚੇ ਹਾਂ। ਜੂਨਾਂ ਨੇ ਜਿਹੜੀਆਂ, ਇਹ ਸ਼ਾਸਤਰਾਂ ਦੇ ਅੰਦਰ, ਵਿਦਾਂਤ ਦੇ ਅੰਦਰ ਲਿਖਿਆ ਵੀ ਕੁੱਤੇ ਤੋਂ ਜੂਨ ਸ਼ੁਰੂ ਹੁੰਦੀ ਏ,
ਤੇ ਇਸ ਤਰ੍ਹਾਂ ਜੂਨਾ ਭੋਗਦਾ 84 ਲੱਖ ਜੂਨਾਂ ਨੂੰ ਭੋਗਦਾ, ਫਿਰ ਕਿਤੇ ਜਾ ਕੇ ਮਨੁੱਖਾ ਸਰੀਰ ਇਹ ਮਨੁੱਖ ਨੂੰ ਮਿਲਦਾ ਹੈ। ਹੁਣ ਜਦੋਂ ਇਹ ਪੁੜੀ ਛੁਟਕ ਗਈ ਤੇ ਫਿਰ ਵੇਖੋ ਇਹ ਜਿਹੜਾ ਜੀਵਨ ਹੈ ਬੜਾ ਅਮੋਲਕ ਹੈ, ਇਹ ਸਾਨੂੰ ਨਹੀਂ ਮਿਲੇਗਾ। ਅਹਿਲਾ ਜਨਮ ਗਵਾਇਆ, ਇਹ ਸਾਡਾ ਅਮੋਲਕ ਜੀਵਨ ਹੈ ਜਿਹੜਾ ਬਿਨਾਂ ਗੁਰੂ ਨੂੰ ਯਾਦ ਕੀਤੇ ਤੋਂ, ਬਿਨਾਂ ਗੁਰੂ ਦੇ ਸਿਮਰਨ ਤੋਂ, ਬਿਨਾਂ ਨਿਤਨੇਮ ਤੋਂ ਅਸੀਂ ਗਵਾ ਲਿਆ ਹੈ ਜੀ। ਦੂਜਾ ਭਾਉ ਨ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਧੰਨ ਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਰਾਉ ਵਾਲੀਆਂ ਜਿਹੜੀਆਂ ਤੁਕਾਂ ਨੇ 2 ਦਰਜ ਕੀਤੀਆਂ ਨੇ, 2 ਤੁਕਾਂ ਨੇ ਰਾਉ ਵਾਲੀਆਂ। ਦੂਜਾ ਭਾਉ, ਭਾਉ ਦਾ ਅਰਥ ਹੈ ਭਾਵਨਾ, ਭਾਉ ਦਾ ਅਰਥ ਹੈ ਸ਼ਰਧਾ। ਭਾਉ ਦਾ ਅਰਥ ਹੁੰਦਾ ਭਾਵਨਾ। ਭਾਵਨਾ ਜਿਹੜੀ ਇਹਦੇ ਤੋਂ ਫਿਰ ਅੱਗੇ ਭਗਤੀ ਬਣਦੀ ਏ। ਜਿੰਦੇ ਅੰਦਰ ਭਗਤੀ ਵਾਲੀ ਭਾਵਨਾ ਹੋਵੇ ਉਹਨੂੰ ਫਿਰ ਭਗਤ ਆਖਿਆ ਜਾਂਦਾ ਹੈ। ਭਾਉ ਦਾ ਅਰਥ ਹੈ ਭਾਵਨਾ, ਜਿਸ ਦੇ ਅੰਦਰ ਭਗਤੀ ਵਾਲੀ ਭਾਵਨਾ ਹੋਵੇ ਉਹਨੂੰ ਅਸੀਂ ਭਗਤ ਆਖ ਦਿੰਦੇ ਹਾਂ ਵੀ ਇਹ ਭਗਤ ਹੈ। ਕਿਉਂ? ਇਹਦੇ ਅੰਦਰ ਜਿਹੜੀ ਭਾਵਨਾ ਹੈ ਨਾ ਉਹ ਕੇਵਲ ਭਗਤੀ ਕਰਨ ਦੀ ਏ। ਭਗਤੀ ਕਰਨ ਦੇ ਲਈ ਇਹਨੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾ ਦਿੱਤਾ ਹੈ, ਇਹ ਭਗਤ ਹੋ ਗਿਆ ਹੈ। ਤੇ ਜਿਹੜੀ ਭਾਵਨਾ ਹੈ ਇਹਦਾ ਦੂਜਾ ਅਰਥ ਹੈ ਜਿਹੜਾ ਉਹ ਸ਼ਰਧਾ ਕਰ ਦਿੰਦੇ ਨੇ ਵੀ ਸ਼ਰਧਾ ਹੈ, ਸ਼ਰਧਾਵਾਨ ਇਹ। ਹੁਣ ਗੁਰੂ ਜੀ ਰਹਿਮਤ ਕਰਦੇ ਨੇ ਦੂਜਾ ਭਾਉ, ਭਾਵਨਾ ਜਿਹੜੀ ਅੰਦਰ ਦੀ ਉਹ ਕੁਝ ਹੋਰ ਹੈ। ਨਾ ਦੇਈ ਲਿਵ ਲਾਗਣ, ਜਿਹੜੀ ਅੰਦਰ ਦੀ ਭਾਵਨਾ ਕੁਝ ਹੋਰ ਹੈ, ਭਾਵ ਭਗਤੀ ਵਾਲੀ ਭਾਵਨਾ ਨਹੀਂ। ਭਗਤੀ ਵਾਲੀ ਭਾਵਨਾ ਨਾ ਹੋਣ ਕਰਕੇ ਤੇ ਫਿਰ ਦੂਜੀ ਭਾਵਨਾ ਜਿਹੜੀ ਹੈ ਉਹ ਬਣੀ ਹੈ, ਜਿਸ ਕਰਕੇ ਗੁਰੂ ਦੇ ਨਾਲ ਲਿਵ ਨਹੀਂ ਲੱਗਦੀ, ਪਿਆਰ ਨਹੀਂ ਲੱਗ ਰਿਹਾ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ੍ਹਾਂ ਦੇ ਅੰਦਰ ਭਗਤੀ ਵਾਲੀ ਭਾਵਨਾ ਨਹੀਂ ਹੈਗੀ ਉਹ ਭਗਤ ਨਹੀਂ ਬਣਨਗੇ। ਕਿਉਂ ਨਹੀਂ ਬਣਨਗੇ? ਕਿਉਂਕਿ ਦੂਜੀ ਭਾਵਨਾ ਜਿਹੜੀ ਉਹ ਲਿਵ ਹੀ ਨਹੀਂ ਲੱਗਣ ਦਿੰਦੀ ਪਰਮਾਤਮਾ ਦੇ ਨਾਲ। ਜਿਨ ਹਰ ਕੇ ਚਰਨ ਵਿਸਾਰੇ, ਤੇ ਇਹ ਹੁੰਦਾ ਕਿਹਨਾਂ ਨਾਲ ਹੈ? ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਚਰਨਾਂ ਨੂੰ ਵਿਸਾਰ ਦਿੱਤਾ ਹੈ ਜੀ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁਖ ਨਿਵਾਰੇ। ਜਗ ਜੀਵਨ, ਜੀਵਨ ਦਾ ਅਰਥ ਹੈ ਜ਼ਿੰਦਗੀ, ਤੇ ਜਗ ਦੇ ਵਿੱਚ ਆਪਾਂ ਰਹਿ ਰਹੇ ਹਾਂ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਰੇ ਜਗ ਨੂੰ ਜੀਵਨ ਦੇਣ ਵਾਲਾ ਹੈ। ਦਾਤਾ ਦਾ ਅਰਥ ਹੈ ਦਾਤਾਂ ਦੇ ਕੇ, ਸਾਰੇ ਜਗਤ ਨੂੰ ਤੂੰ ਜੀਵਨ ਦੇ ਰਿਹਾ ਆਪਣੀਆਂ ਦਾਤਾਂ ਦੇ ਕੇ। ਇਹ ਵੇਖੋ ਵਾਹਿਗੁਰੂ ਦੀਆਂ ਦਾਤਾਂ ਨੇ, ਜੇ ਹਵਾ ਬੰਦ ਕਰ ਲੇ ਤੇ ਅਸੀਂ ਉਦੋਂ ਹੀ ਖਤਮ ਹੋ ਜਾਵਾਂਗੇ। ਸਾਡਾ ਸਰੀਰ ਜਿਹੜਾ ਇਹਦੇ ਵਿੱਚ 60% ਤੇ ਜਿਹੜਾ ਇਹ ਪਾਣੀ ਮੰਨਿਆ ਗਿਆ, ਇਸੇ ਤਰ੍ਹਾਂ ਹਵਾ ਮੰਨੀ ਗਈ ਹੈ, ਇਸੇ ਤਰ੍ਹਾਂ ਅੱਗ ਮੰਨੀ ਗਈ ਹੈ। ਸਾਰੇ ਤੱਤ ਜਿਹੜੇ ਅਸੀਂ ਬਾਹਰ ਵੇਖਦੇ ਆ ਨਾ, ਹਵਾ, ਪਾਣੀ, ਅੱਗ ਆਦਿਕ, ਇਹ ਸਾਰੇ ਤੱਤ ਨੇ ਜਿਹੜੇ ਸਾਡੇ ਅੰਦਰ ਵੀ ਮੌਜੂਦ ਨੇ। ਤੇ ਜੇ ਬਾਹਰ ਦੇ ਤੱਤ ਨਾ ਮਿਲਣ ਤੇ ਫਿਰ ਅੰਦਰ ਦੇ ਤੱਤ ਨੇ ਜਿਹੜੀ ਉਹਨਾਂ ਦੀ ਅਹਿਮੀਅਤ ਖਤਮ ਹੋ ਜਾਂਦੀ ਏ। ਉਹ ਵੀ ਜ਼ਿਆਦਾ ਸਮਾਂ ਫਿਰ ਸਰੀਰ ਦੇ ਵਿੱਚ ਕਿਰਿਆ ਨਹੀਂ ਕਰਦੇ। ਇਸ ਲਈ ਸਾਨੂੰ ਬਾਹਰੀ ਤੱਤ ਨੇ ਜਿਹੜੇ ਉਹ ਥੋੜ੍ਹੇ ਥੋੜ੍ਹੇ ਮਿਲਦੇ ਰਹਿਣੇ ਚਾਹੀਦੇ ਨੇ, ਜਿੰਦੇ ਦੇ ਨਾਲ ਅੰਦਰ ਦੇ ਜਿਹੜੇ ਤੱਤ ਨੇ ਉਹਨਾਂ ਦੀ ਅਹਿਮੀਅਤ ਬਣੀ ਰਹਿੰਦੀ ਏ। ਇਹਨੂੰ ਇਸ ਤਰ੍ਹਾਂ ਸਮਝ ਲਓ ਵੀ ਜੇ ਪਾਣੀ ਤੁਰਿਆ ਜਾਂਦਾ ਤੇ ਠੀਕ ਹੈ, ਜੇ ਪਾਣੀ ਖੜ ਗਿਆ ਤੇ ਉਹਦੇ ਚੋਂ ਨਾ ਹੌਲੀ ਹੌਲੀ ਤਰਕ ਪੈਣਾ ਸ਼ੁਰੂ ਹੋ ਜਾਂਦਾ, ਮੁਸ਼ਕ ਆਉਣ ਲੱਗ ਜਾਂਦੀ ਏ। ਉਸੇ ਤਰ੍ਹਾਂ ਸਵਾਸ ਜਦੋਂ ਆਉਂਦੇ ਜਾਂਦੇ ਨੇ, ਅੰਦਰ ਦੀ ਹਵਾ ਜਿਹੜੀ ਇਹਨੂੰ ਤਾਜ਼ਗੀ ਮਿਲਦੀ ਹੈ, ਤਾਜ਼ਾ ਹੁੰਦੀ ਰਹਿੰਦੀ ਹੈ, ਇਹ ਤਰਕਦੀ ਨਹੀਂ। ਪਾਣੀ ਹੈ ਜਿਹੜਾ ਇਹਦੀ ਵੀ ਇਸੇ ਤਰ੍ਹਾਂ ਕਿਰਿਆ ਬਣੀ ਹੈ, ਜਿਸ ਕਰਕੇ ਫਿਰ ਅੰਦਰ ਦਾ ਖੜਾ ਪਾਣੀ ਜਿਹੜਾ ਉਹ ਤਰਕਦਾ ਨਹੀਂ, ਉੱਤੋਂ ਤਾਜ਼ਾ ਪਾਣੀ ਆਉਂਦਾ ਤੇ ਪੁਰਾਣਾ ਪਾਣੀ ਜਿਹੜਾ ਉਹ ਅਸੀਂ ਸਰੀਰ ਦੇ ਵਿੱਚੋਂ ਉਹਨੂੰ ਪ੍ਰਸਾਰਨ ਕਰ ਦਿੰਦੇ ਹਾਂ ਅੱਗੇ ਤੋਂ। ਇਸ ਤਰ੍ਹਾਂ ਅੱਗੇ ਜਿਹੜੀ ਉਹ ਸਾਨੂੰ ਪਦਾਰਥਾਂ ਦੇ ਨਾਲ ਜੋ ਅੱਗ ਦੇ ਨਾਲ ਪੱਕਦੇ ਨੇ, ਅੱਗ ਤੱਤ ਜਿਹੜਾ ਉਹ ਮਿਲਦਾ, ਜਿਹਦੇ ਨਾਲ ਸਾਡੀ ਜਠਰਾਗਣ ਨੇ ਜਿਹੜੀ ਉਹ ਤਰੋ ਤਾਜ਼ਾ ਹੁੰਦੀ ਰਹਿੰਦੀ ਏ। ਜਗ ਜੀਵਨ ਦਾਤਾ, ਇਸ ਤਰ੍ਹਾਂ ਉਹ ਦਾਤਾ ਦੇ ਕੇ ਤੇ ਸਾਨੂੰ ਜਗਤ ਦੇ ਵਿੱਚ ਜਿਉਣਾ ਦੇ ਰਿਹਾ ਹੈ। ਜਨ ਸੇਵਕ, ਅਸੀਂ ਆਪ ਜੀ ਦੇ ਦਾਸ ਹਾਂ, ਸੇਵਕ ਹਾਂ। ਤਿੰਨ ਕੈ ਤੈ ਦੁੱਖ ਨਿਵਾਰੇ, ਹੇ ਸੱਚੇ ਸਤਿਗੁਰ ਤੂੰ ਕਿਰਪਾ ਕਰਦਾ, ਉਹਨਾਂ ਦੇ ਫਿਰ ਸਾਰੇ ਦੁੱਖ ਨੇ ਜਿਹੜੇ ਉਹ ਦੂਰ ਕਰ ਦੇਣਾ। ਕਿਹਨਾਂ ਦੇ? ਸੇਵਕ, ਜਿਹੜੇ ਜਨ ਦਾਸ ਨੇ, ਜਿਹੜੇ ਸੇਵਕ ਸੇਵਾ ਭਾਵਨਾ ਦੇ ਨਾਲ ਰਹਿੰਦੇ ਨੇ, ਉਹਨਾਂ ਗੁਰਮੁਖ ਪਿਆਰਿਆਂ ਦੇ ਤੂੰ ਸਾਰੇ ਦੁੱਖ ਨੇ ਜਿਹੜੇ ਉਹ ਦੂਰ ਕਰਦਾ। ਹੁਣ ਸ਼ਬਦ ਸੇਵਕ ਦਾ ਆਇਆ ਹੈ ਤੇ ਧੰਨ ਗੁਰੂ ਅਮਰਦਾਸ ਜੀ ਸੇਵਾ ਦੇ ਪੁੰਜ ਸਨ। ਕੁਝ ਸੰਗਤਾਂ ਬਾਅਦ ਦੇ ਵਿੱਚ ਆਈਆਂ ਨੇ
ਗੱਲ ਦੀ ਸਮਝ ਨਹੀਂ ਆਏਗੀ ਵੀ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਜੀ ਨੇ ਦੱਸਿਆ ਕਿ ਇਹ ਪਾਵਨ ਸ਼ਬਦ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਸਾਨੂੰ ਇਹ ਸਿਖਾਇਆ ਹੈ ਵੀ ਵੇਖ ਗੁਰਮੁਖ ਪਿਆਰਿਆ, ਗੁਰੂ ਹੈ ਜਿਹੜਾ, ਉਹਨੂੰ ਤੂੰ ਪਰਮਾਤਮਾ ਦਾ ਰੂਪ ਕਰ ਜਾਣ ਕੇ ਨਾ ਉਹਦੀ ਸੇਵਾ ਕਰਨੀ ਕਰ। ਤੇ ਤੇਰੀ ਜਦੋਂ ਸ਼ਰਧਾ ਇਸ ਤਰ੍ਹਾਂ ਦੀ ਹੋਏਗੀ ਵੀ ਮੈਂ ਤਾਂ ਰੱਬ ਦੀ ਸੇਵਾ ਕਰ ਰਿਹਾ, ਪਰਮਾਤਮਾ ਦੀ ਸੇਵਾ ਕਰ ਰਿਹਾ, ਤੇ ਫਿਰ ਉਹ ਸ਼ਰਧਾ ਨੂੰ ਭਾਗ ਲੱਗਣੇ ਨੇ, ਉਹ ਭਾਵਨਾ ਨੂੰ ਭਾਗ ਲੱਗਣੇ ਨੇ। ਤੇ ਜੇ ਤੂੰ ਸੇਵਾ ਕਰ ਰਿਹਾ, ਤੇਰੇ ਅੰਦਰ ਸ਼ਰਧਾ ਨਹੀਂ, ਭਾਵਨਾ ਨਹੀਂ ਹੈਗੀ, ਤੇ ਫਿਰ ਉਹ ਇੱਕ ਪੁੰਨ ਕਰਮ ਹੋ ਰਿਹਾ, ਤੈਨੂੰ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਹੈ ਸੱਚੇ ਸਤਿਗੁਰੂ ਜੀ, ਤੂੰ ਦਾਤਾ ਤਾਂ ਸਾਰਿਆਂ ਨੂੰ ਦੇ ਰਿਹਾ ਹੈ, ਜੀਵਨ ਵੀ ਸਾਰਿਆਂ ਨੂੰ ਦੇ ਰਿਹਾ ਹੈ, ਪਰ ਤੇਰੇ ਜਿਹੜੇ ਦਾਸ ਨੇ ਨਾ, ਉਹ ਤੇਰੇ ਨਾਲ ਸੇਵਾ ਭਾਵਨਾ ਕਰਕੇ, ਸ਼ਰਧਾ ਕਰਕੇ ਜੁੜੇ ਰਹਿੰਦੇ ਨੇ। ਜਿਹੜੇ ਤੇਰੇ ਨਾਲ ਸ਼ਰਧਾ ਭਾਵਨਾ ਕਰਕੇ ਜੁੜੇ ਰਹਿੰਦੇ ਨੇ, ਤਿਨਕੇ ਤੈਂ ਦੁੱਖ ਨਿਵਾਰੇ, ਉਹਨਾਂ ਤੇ ਕਿਰਪਾ ਕਰਦਾ, ਉਹਨਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਜੀ। ਰਹਾਉ ਤੂੰ ਦਇਆਲ ਦਇਆਪਤ ਦਾਤਾ, ਕਿਆ ਇਹ ਜੰਤ ਵਿਚਾਰੇ। ਅੱਗੇ ਧੰਨ ਗੁਰੂ ਜੀ ਰਹਿਮਤ ਕਰਕੇ ਦੂਜੀ ਪੌੜੀ ਦੇ ਵਿੱਚ ਕਿਰਪਾ ਕਰਦੇ ਨੇ, ਤੂੰ ਦਇਆਲ। ਦਇਆਲ ਕਹਿੰਦੇ ਨੇ ਦਇਆ ਕਰਨ ਵਾਲੇ ਨੂੰ। ਦਇਆਪਤ ਦਾ ਅਰਥ ਹੈ ਜਿਹੜੇ ਦਇਆ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਪਤੀ ਬਣ ਕੇ ਰਹਿਣਾ, ਭਾਵ ਉਹਨਾਂ ਦੀ ਸੰਭਾਲ ਤੂੰ ਕਰਦਾ ਹੈ, ਦਇਆ ਦਾ ਪਤੀ ਹੈ। ਦਇਆਲ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ। ਦਇਆ ਪਤ, ਪਤ ਦਾ ਅਰਥ ਹੁੰਦਾ ਮਾਲਕ, ਪਤੀ। ਦਇਆ ਪਤ, ਉਹਨਾਂ ਦਾ ਤੂੰ ਮਾਲਕ ਬਣਦਾ ਹੈ ਜਿਨ੍ਹਾਂ ਦੇ ਅੰਦਰ ਦਇਆ ਹੈ। ਤੂੰ ਦਇਆਲ ਹੈ ਸੱਚੇ ਸਤਿਗੁਰੂ ਜੀ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ। ਇਹ ਨਹੀਂ ਵੀ ਜਿਹੜਾ ਮਨੁੱਖ ਹੈ ਜਿਹਦੇ ਅੰਦਰ ਦਇਆ ਨਹੀਂ ਹੈਗੀ ਉਹਦੇ ਤੇ ਤੂੰ ਦਇਆ ਨਹੀਂ ਕਰਦਾ, ਨਹੀਂ, ਤੇਰਾ ਸੁਭਾਅ ਹੀ ਦਇਆ ਵਰਗਾ ਹੈ। ਤੂੰ ਕਸਾਈ ਤੇ ਵੀ ਦਇਆ ਕਰਕੇ ਉਹਦੇ ਕਰਮਾਂ ਅਨੁਸਾਰ ਉਹਨੂੰ ਰੋਜੀ ਰੋਟੀ ਦੇ ਰਿਹਾ ਹੈ, ਪਰ ਤੂੰ ਮਾਲਕ ਉਹਨਾਂ ਦਾ ਹੈ ਜਿਹੜੇ ਦਇਆ ਦੇ ਵਿੱਚ ਰਹਿੰਦੇ ਨੇ। ਤੂੰ ਦਇਆਲ ਦਇਆਪਤ ਦਾਤਾ, ਤੇ ਤੂੰ ਦਾਤਾਂ ਦਾ ਮਾਲਕ ਹੈ। ਕਿਆ ਇਹ ਜਨਤ ਵਿਚਾਰੇ, ਹੈ ਸੱਚੇ ਸਤਿਗੁਰੂ ਜੀ, ਅਸੀਂ ਜੋ ਜਨਤ ਹਾਂ ਨਾ, ਅਸੀਂ ਵਿਚਾਰੇ ਕੀ ਹਾਂ ਜੀ। ਮੁਕਤ ਬੰਧ ਸਭ ਤੁਝ ਤੇ ਹੋਏ, ਐਸਾ ਆਖ ਬਖਾਣੇ। ਮੁਕਤ, ਜਿਵੇਂ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦੇ ਅੰਦਰ ਸ਼ਰਧਾ ਸੀ ਵੀ ਮੈਂ ਜਿੰਦੀ ਸੇਵਾ ਕਰ ਰਿਹਾ ਨਾ, ਉਹ ਰੱਬ ਦਾ ਰੂਪ ਹੈ। ਹੁਣ ਸੇਵਾ ਤੇ ਹੋਰ ਵੀ ਬੜੇ ਕਰਦੇ ਸਨ, ਪਰ ਇਹਨਾਂ ਦੇ ਅੰਦਰ ਜਿਹੜੀ ਸ਼ਰਧਾ ਸੀ, ਜਿਹੜੀ ਭਾਵਨਾ ਸੀ, ਉਹ ਇਸ ਪ੍ਰਕਾਰ ਸੀ ਜਿਸ ਪ੍ਰਕਾਰ ਭਾਈ ਸਾਲੂ ਜੀ ਦੇ ਅੰਦਰ ਸ਼ਰਧਾ ਸੀ, ਭਾਵਨਾ ਸੀ ਵੀ ਜਿਹੜੇ ਗੁਰੂ ਦੀ ਮੈਂ ਸੇਵਾ ਕਰ ਰਿਹਾ ਉਹ ਗੁਰੂ ਇਸ ਦੇ ਸਮਰੱਥ ਹੈ। ਤੇ ਜਿਨ੍ਹਾਂ ਦੇ ਅੰਦਰ ਇਸ ਗੱਲ ਦੀ ਸ਼ਰਧਾ ਭਾਵਨਾ ਦ੍ਰਿੜਤਾ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਨ, ਤੇ ਉਹਨਾਂ ਦੇ ਜਿਹੜੇ ਵਚਨ ਨੇ ਨਾ ਉਹ ਅਟਲਣੇ ਜ਼ਰੂਰ ਹੋਣਗੇ। ਉਹ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਨੇ ਮੁਕਤ, ਉਹਨਾਂ ਨੂੰ ਤੂੰ ਮੁਕਤ ਕਰ ਦੇਣਾ ਹੈ। ਉਹ ਮੁਕਤ ਹੋ ਜਾਂਦੇ ਨੇ, ਤੇਰੇ ਹੀ ਰੂਪ ਹੋ ਜਾਂਦੇ ਨੇ। ਬੰਧ ਤੇ ਬੰਧਨ ਨੇ ਜਿਹੜੇ ਉਹਨਾਂ ਨੂੰ ਪੈਂਦੇ ਨੇ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ, ਜਿਨ੍ਹਾਂ ਦੇ ਅੰਦਰ ਭਾਵਨਾ ਨਹੀਂ, ਉਹਨਾਂ ਨੂੰ ਫਿਰ ਬੰਧਨ ਪੈ ਜਾਂਦੇ ਨੇ। ਸਭ ਤੁਝ ਤੇ ਹੋਏ, ਇਹ ਵੀ ਤੇਰੀ ਕਿਰਪਾ ਦੇ ਨਾਲ ਹੀ ਦੋਵੇਂ ਕਿਰਿਆਵਾਂ ਹੋ ਰਹੀਆਂ ਨੇ। ਮੁਕਤ ਤੇ ਬੰਧ ਦੋ ਸ਼ਬਦ ਆਏ ਨੇ। ਮੁਕਤੀ ਹੈ ਜਿਹੜੀ ਉਹ ਸ਼ਰਧਾ ਨਾਲ ਹੋਣੀ ਹੈ, ਜਿੰਦੀ ਅਸੀਂ ਸੇਵਾ ਕਰਦੇ ਹਾਂ, ਜਿੰਦਾ ਸਿਮਰਨ ਕਰਦੇ ਹਾਂ। ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਸਾਡੇ ਅੰਦਰ ਦੀ ਭਾਵਨਾ ਇਹ ਹੋਣੀ ਚਾਹੀਦੀ ਵੀ ਇਹ ਬਾਣੀ ਪਰਮਾਤਮਾ ਦੀ ਹੈ, ਤੇ ਇਸ ਬਾਣੀ ਦੇ ਨਾਲ ਅਸੀਂ ਮੁਕਤ ਹੋ ਜਾਣਾ ਹੈ। ਫਿਰ ਤਾਂ ਮੁਕਤ ਹੋ ਜਾਵਾਂਗੇ। ਤੇ ਜੇ ਅਸੀਂ ਪੜ੍ਹੀ ਜਾਂਦੇ ਹਾਂ ਵੀ ਪਾਠ ਕਰੀ ਜਾਂਦੇ ਹਾਂ ਤੇ ਭਾਵਨਾ ਸ਼ਰਧਾ ਜਿਹੜੀ ਉਹ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਵਰਗੀ ਨਹੀਂ ਹੈਗੀ, ਤੇ ਫਿਰ ਭਈ ਪੁੰਨ ਕਰਮ ਹੋ ਰਿਹਾ, ਚੰਗਾ ਕਰਮ ਹੋ ਰਿਹਾ, ਤੇ ਜਿਹੜਾ ਮੁਕਤੀ ਹੈ ਉਹ ਨਹੀਂ ਮਿਲੇਗੀ। ਬੰਧਨ ਉਹਨਾਂ ਨੂੰ ਪੈਂਦੇ ਨੇ ਜਿਨ੍ਹਾਂ ਨੂੰ ਬਿਲਕੁਲ ਗੁਰੂ ਘਰ ਦਾ ਪਤਾ ਹੀ ਨਹੀਂ। ਤੁਝ ਤੇ ਹੋਵੇ ਤੇ ਹੁੰਦਾ ਉਸ ਵਾਹਿਗੁਰੂ ਤੇ ਐਸਾ ਆਖ ਵਖਾਣੇ। ਵਖਾਣੇ ਦਾ ਅਰਥ ਹੁੰਦਾ ਕਥਾ ਕਰਨੀ, ਆਖ ਦਾ ਅਰਥ ਹੁੰਦਾ ਆਖਣਾ, ਕਥਾ ਕਰਕੇ ਆਖਣਾ, ਭਾਵ ਵਿਖਿਆਨ ਕਰਕੇ ਖੋਲ ਕੇ। ਵਖਾਣੇ ਦਾ ਅਰਥ ਖੋਲਣਾ, ਲੰਮੀ ਚੌੜੀ ਗੱਲ ਹੈ ਜਿਹੜੀ ਸਮਝਾਉਣ ਦੇ ਲਈ ਉਹਦੀ ਵਰਤੋਂ ਕਰਨੀ, ਉਹਨੂੰ ਕਹਿੰਦੇ ਨੇ ਵਿਖਿਆਨ ਕਰਨਾ। ਐਸਾ ਆਖ ਵਖਾਣੇ, ਹੈ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਜਪਣ ਵਾਲੇ, ਤੇਰਾ ਸਿਮਰਨ ਕਰਨ ਵਾਲੇ ਧੰਨ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਆਖ ਕੇ ਸਾਨੂੰ ਵਿਖਿਆਨ ਕਰਕੇ ਦੱਸਦੇ ਹਨ ਜੀ। ਗੁਰਮੁਖ ਹੋਵੇ ਸੋ ਮੁਕਤ ਕਹੀਐ,
ਮਨਮੁਖ ਬੰਧ ਵਿਚਾਰੇ। ਹੁਣ ਧੰਨ ਗੁਰੂ ਜੀ ਨੇ ਕਿਰਪਾ ਕੀਤੀ, ਕਿਤੇ ਸਾਡੇ ਅੰਦਰ ਇਹ ਖਿਆਲ ਨਾ ਰਹਿ ਜਾਵੇ ਭਾਈ ਇਹ ਗੱਲ ਅਧੂਰੀ ਜੀ ਏ, ਜਾਂ ਸਾਨੂੰ ਇਸ ਗੱਲ ਦੀ ਸਮਝ ਨਾ ਆਈ ਹੋਵੇ ਵੀ ਮੁਕਤ ਕੌਣ ਹੈ ਤੇ ਬੰਧਨ ਦੇ ਵਿੱਚ ਕੌਣ ਹੈ। ਗੁਰਮੁਖ ਹੋਵੇ ਸੋ ਮੁਕਤ ਕਹੀਏ। ਜਿਹੜਾ ਗੁਰਮੁਖ ਹੋ ਗਿਆ ਉਹ ਮੁਕਤ ਹੋ ਜਾਵੇਗਾ। ਮਨਮੁਖ ਬੰਧ ਵਿਚਾਰੇ, ਤੇ ਜਿਹੜਾ ਮਨਮੁਖ ਹੈ ਜਿਹਨੇ ਮਨ ਨੂੰ ਹੀ ਅੱਗੇ ਰੱਖਣਾ, ਗੁਰੂ ਨੂੰ ਪਿੱਛੇ ਕਰ ਦੇਣਾ, ਉਹ ਮਨਮੁਖ ਹੈ। ਬੰਧ ਵਿਚਾਰੇ, ਤੇ ਇਸ ਤਰ੍ਹਾਂ ਦੇ ਮਨਮੁਖ ਵਿਚਾਰੇ ਬੰਧਨਾਂ ਦੇ ਵਿੱਚ ਵੱਜ ਜਾਂਦੇ ਹਨ ਜੀ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹਿ ਹਰ ਨਾਲੇ। ਹੁਣ ਧੰਨ ਗੁਰੂ ਜੀ ਤੀਜੀ ਪੌੜੀ ਦੇ ਵਿੱਚ ਇਸੇ ਗੱਲ ਨੂੰ ਹੋਰ ਜ਼ਿਆਦਾ ਵਿਖਿਆਨ ਦੇ ਨਾਲ, ਖੁਲਾਸੇ ਦੇ ਨਾਲ ਦੱਸਦੇ ਨੇ। ਸੋ ਜਨ ਮੁਕਤ, ਉਹ ਦਾਸ ਜਿਹੜੇ ਨੇ ਉਹ ਮੁਕਤ ਹੋ ਜਾਂਦੇ ਨੇ ਜਿਸ ਏਕ ਲਿਵ ਲਾਗੀ, ਜਿਨ੍ਹਾਂ ਦੇ ਅੰਦਰ ਦੀ ਲਿਵ ਪ੍ਰੀਤ ਇਹਨਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲੱਗ ਗਈ ਏ। ਸੋ ਜਨ ਮੁਕਤ, ਉਹ ਗੁਰਮੁਖ ਪਿਆਰੇ ਮੁਕਤ ਹੋ ਜਾਂਦੇ ਨੇ ਜਿਸ ਏਕ ਲਿਵ ਲਾਗੀ, ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਲਿਵ ਲੱਗ ਗਈ ਏ। ਸਦਾ ਰਹੇ ਹਰ ਨਾਲੇ, ਤੇ ਫਿਰ ਲਿਵ ਆਲਾ ਜਿਹੜਾ ਏ ਉਹ ਸਦਾ ਹਰੀ ਪਰਮਾਤਮਾ ਦੇ ਨਾਲ ਰਹਿੰਦਾ। ਉਸ ਵਾਹਿਗੁਰੂ ਦੇ ਨਾਲ ਕਿਵੇਂ ਰਹਿੰਦਾ ਹੈ, ਉਸ ਪਰਮਾਤਮਾ ਦੇ ਨਾਲ ਕਿਵੇਂ ਰਹਿੰਦਾ ਹੈ, ਉਸ ਦੇ ਅੰਦਰ ਸਦਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਵਸਿਆ ਰਹਿੰਦਾ ਹੈ। ਉਹ ਸਦਾ ਹੀ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ। ਇਤਨੀ ਵੱਡੀ ਸ਼ਰਧਾ ਬਣ ਗਈ ਹੈ, ਇਤਨੀ ਵੱਡੀ ਭਾਵਨਾ ਬਣ ਗਈ ਹੈ ਕਿ ਉਹ ਹਰ ਵਕਤ ਪਰਮਾਤਮਾ ਨੂੰ ਆਪਣਾ ਸਹਾਈ, ਆਪਣੇ ਅੰਗ ਸੰਗ ਖੜਿਆ। ਇਸ ਤਰ੍ਹਾਂ ਮਨ ਦੇ ਵਿੱਚ ਖਿਆਲ, ਇਸ ਤਰ੍ਹਾਂ ਮਨ ਦੇ ਵਿੱਚ ਭਾਵਨਾ, ਇਸ ਤਰ੍ਹਾਂ ਦੀਆਂ ਵਿਚਾਰਾਂ ਦੇ ਨਾਲ ਜਦੋਂ ਜਿਉਂਦਾ ਹੈ, ਸਦਾ ਰਹੇ ਹਰ ਨਾਲੇ, ਫਿਰ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਸਦਾ ਹੀ ਹਰੀ ਪਰਮਾਤਮਾ ਦੇ ਨਾਲ ਰਹਿਣ ਵਾਲੇ ਹਨ ਜੀ। ਤਿਨ ਕੀ ਜਹਨ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਨੇ, ਹਰ ਵਕਤ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਅੰਗ ਸੰਗ ਜਾਣਦੇ ਨੇ। ਤਿਨ ਕੀ ਗਹਿਣ, ਗਹਿਣ ਦਾ ਅਰਥ ਹੁੰਦਾ ਗੁਪਤ, ਗਤ। ਉਹਨਾਂ ਦੇ ਅੰਦਰ ਦੀ ਜਿਹੜੀ ਗਤੀ ਹੈ ਨਾ, ਜਿਹੜੀ ਅੰਦਰ ਦੀ ਅਵਸਥਾ ਹੈ, ਉਹ ਗੁਪਤ ਹੈ, ਕਹੀ ਨਾ ਜਾਈ। ਹੁਣ ਗੁਪਤ ਗੱਲ ਹੈ ਜਿਹੜੀ, ਉਹਨੂੰ ਬਿਆਨ ਕਰਕੇ ਨਹੀਂ ਦੱਸਿਆ ਜਾਂਦਾ। ਗੁਪਤ ਦਾ ਅਰਥ ਹੁੰਦਾ ਢਕੀ ਹੋਈ, ਜਿਹੜੀ ਕੋਈ ਲੁਕਾਈ ਹੋਈ ਢਕੀ ਹੋਈ ਚੀਜ਼ ਹੈ, ਤੇ ਉਹਦੇ ਬਾਰੇ ਅਸੀਂ ਕੀ ਦੱਸਾਂਗੇ ਜਿਹਨੂੰ ਵੇਖ ਹੀ ਨਹੀਂ ਸਕਦੇ। ਤਿਨ ਕੀ ਗਹਿਣ ਗਤ ਕਹੀ ਨਾ ਜਾਈ, ਉਹਨਾਂ ਗੁਰਮੁਖ ਪਿਆਰਿਆਂ ਦੀ ਇਹ ਗੁਪਤ ਗੱਲ ਹੈ ਜਿਹੜੀ, ਇਹ ਦੱਸੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਸੱਚਾ ਆਪ ਸਵਾਰੇ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕੀਤੀ ਹੈ, ਉਹਨਾਂ ਦਾ ਜੀਵਨ ਹੈ ਜਿਹੜਾ ਉਹ ਸਵਾਰ ਦਿੱਤਾ ਹੈ ਜੀ। ਭਰਮ ਭੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜਿਹੜੇ ਭਰਮ ਦੇ ਵਿੱਚ ਭੁੱਲੇ ਹੋਏ ਨੇ ਉਹ ਮਨਮੁਖ ਨੇ। ਹੁਣ ਭਰਮ ਦੇ ਵਿੱਚ ਕਿਹੜਾ ਭੁੱਲਿਆ ਹੈ? ਜਿੰਦੇ ਅੰਦਰ ਇਹ ਭਰਮ ਪੈਦਾ ਹੋ ਜਾਂਦਾ ਨਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ, ਪਤਾ ਨਹੀਂ ਇਹਦੇ ਤੋਂ ਪਾਰ ਉਤਾਰਾ ਹੋਵੇਗਾ ਕਿ ਨਹੀਂ ਹੋਗਾ। ਇਹ ਭਰਮ ਪੈ ਗਿਆ ਹੈ। ਜਿੱਥੇ ਭੁਲੇਖਾ ਬਣ ਜਾਵੇ ਨਾ, ਜਿਵੇਂ ਆਪਾਂ ਤੁਰੇ ਜਾਂਦੇ ਹਾਂ ਤੇ ਮਨ ਦੇ ਵਿੱਚ ਭੁਲੇਖਾ ਆ ਗਿਆ ਵੀ ਮੈਂ ਜਿਹੜੇ ਰਸਤੇ ਤੇ ਜਾ ਰਿਹਾ ਪਤਾ ਨਹੀਂ ਠੀਕ ਹੈ ਕਿ ਗਲਤ ਹੈ। ਹੁਣ ਇਹ ਭੁਲੇਖਾ ਜਿਹੜਾ, ਭਾਵੇਂ ਉਹ ਠੀਕ ਰਸਤੇ ਤੇ ਹੀ ਤੁਰਿਆ ਜਾਂਦਾ ਹੈ, ਇਹ ਭੁਲੇਖਾ ਜਿਹੜਾ, ਇਹ ਭੁਲੇਖੇ ਨੇ ਇਹਦੇ ਮਨ ਨੂੰ ਵਿਚਲਿਤ ਕਰ ਦਿੱਤਾ ਹੈ। ਉਸੇ ਤਰ੍ਹਾਂ ਅਸੀਂ ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਪਰ ਜੇ ਸਾਡੇ ਅੰਦਰ ਇਸ ਗੱਲ ਦਾ ਭਰਮ ਬਣ ਗਿਆ ਨਾ, ਇਹਨੇ ਸ਼ਰਧਾ ਨੂੰ ਨਾਸ ਕਰ ਦਿੱਤਾ, ਇਹਨੇ ਭਾਵਨਾ ਨੂੰ ਨਾਸ ਕਰ ਦਿੱਤਾ। ਭਰਮ ਉਹ ਚੰਗਿਆੜੀ ਹੈ ਜਿਹੜੀ ਸਾਡੇ ਅੰਦਰ ਦੀ ਸ਼ਰਧਾ ਭਾਵਨਾ ਜਿਹੜੀ ਉਹਨੂੰ ਨਾਸ ਕਰਦੀ ਏ। ਭਰਮ ਭੁਲਾਣੇ ਸੇ ਮਨਮੁਖ ਕਹੀਏ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਭਰਮ ਦੇ ਵਿੱਚ ਪੈ ਗਏ ਨੇ ਨਾ ਵੀ ਮੈਂ ਗੁਰੂ ਦੀ ਸੇਵਾ ਕਰ ਰਿਹਾ, ਗੁਰੂ ਦੀ ਬਾਣੀ ਪੜ੍ਹ ਰਿਹਾ ਤੇ ਮੇਰਾ ਪਤਾ ਨਹੀਂ ਗੁਰੂ ਇਸ ਦੇ ਸਮਰੱਥ ਹੈਗਾ ਕਿ ਨਹੀਂ, ਉਹ ਭਰਮ ਦੇ ਵਿੱਚ ਤੇ ਉਹਨੂੰ ਮਨਮੁਖ ਕਿਹਾ ਜਾ ਸਕਦਾ। ਨਾ ਉਰਵਾਰ ਨਾ ਪਾਰੇ, ਨਾ ਫਿਰ ਇਹ ਇੱਧਰ ਜੋਗੇ ਤੇ ਨਾ ਉੱਧਰ ਜੋਗੇ, ਦੋਵੇਂ ਲੋਕ ਹੀ ਉਹਨਾਂ ਦੇ ਨਾਸ ਹੋ ਜਾਂਦੇ ਹਨ ਜੀ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਧੰਨ ਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਨੇ। ਹੇ ਸੱਚੇ ਸਤਿਗੁਰ ਜੀ, ਅਸੀਂ ਇਸ ਦੇ ਸਮਰੱਥ ਨਹੀਂ ਹੈਗੇ ਕਿ ਸਾਡੇ ਅੰਦਰ ਦੀ ਸ਼ਰਧਾ ਜਿਹੜੀ ਭਾਵਨਾ ਜਿਹੜੀ ਇਤਨੀ ਦ੍ਰਿੜਤਾਈ ਵਾਲੀ ਹੋਵੇ, ਜਿਤਨੀ ਸ਼ਰਧਾ ਭਾਵਨਾ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਦੇ ਵਿੱਚ ਸੀ। ਜਿਸ ਨੂੰ ਨਦਰ ਕਰੇ, ਜਿੰਦੇ ਤੇ ਤੂੰ ਦਇਆ ਦ੍ਰਿਸ਼ਟੀ ਕਰਦਾ, ਨਦਰ ਕਰਦਾ, ਸੋਈ ਜਨ ਪਾਏ, ਉਹੀ ਗੁਰਮੁਖ ਪਿਆਰਾ ਇਸ ਸ਼ਰਧਾ ਨੂੰ ਫਿਰ ਪ੍ਰਾਪਤ ਕਰ ਲੈਂਦਾ। ਗੁਰ ਕਾ ਸ਼ਬਦ ਸੰਭਾਲੇ, ਤੇ ਗੁਰੂ ਦੇ ਸ਼ਬਦ ਨੂੰ ਸੰਭਾਲਦਾ ਹੈ।
ਗੁਰੂ ਦਾ ਸ਼ਬਦ ਕੀ ਹੈ? ਗੁਰੂ ਦੇ ਬੋਲ ਨੇ, ਗੁਰੂ ਦੇ ਵਚਨ ਨੇ। ਸਾਡੇ ਅੰਦਰ ਸ਼ਰਧਾ ਬਣ ਗਈ ਹੈ ਨਾ ਵੀ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਖਿਆ ਸੀ ਵਾਹਿਗੁਰੂ ਨਾਮ ਜਪਣਾ ਹੈ, ਤੇ ਫਿਰ ਇਹ ਅਸੀਂ ਗੁਰੂ ਦੇ ਸ਼ਬਦ ਨੂੰ ਸੰਭਾਲ ਲਿਆ। ਸਮਾਂ ਹੋ ਗਿਆ। ਵੈਸੇ ਇੱਕ ਗੱਲ ਬੜੀ ਜ਼ਰੂਰੀ ਮੇਰੇ ਸਾਹਮਣੇ ਆਈ ਹੈ, ਮੈਂ ਜ਼ਰੂਰ ਦੱਸਾਂਗਾ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸ਼ਬਦ ਦਿੱਤਾ ਹੈ ਜਿਹਨੂੰ ਅਸੀਂ ਮੂਲ ਮੰਤਰ ਆਖਦੇ ਹਾਂ। ਇਹ ਹੈ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਇਹਦੇ ਨਾਲ ਸਾਡੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਇਸ ਪਾਵਨ ਮੂਲ ਮੰਤਰ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਾਨੂੰ ਹਰ ਪ੍ਰਕਾਰ ਦੀ ਸੁਰੱਖਿਆ ਮਿਲਦੀ ਹੈ। ਕੋਈ ਕਿਸੇ ਪ੍ਰਕਾਰ ਦਾ ਜਾਦੂ ਟੂਣਾ, ਕਿਸੇ ਪ੍ਰਕਾਰ ਦਾ ਓਪਰਾਪਣ ਜਿਹੜਾ ਹੈ, ਉਹ ਇਹ ਮੰਤਰ ਹੈ ਜਿਹੜਾ, ਇਹਨੂੰ ਤਾਂ ਹੀ ਤਾਂ ਮੂਲ ਮੰਤਰ ਆਖਿਆ। ਸਾਰੇ ਮੰਤਰਾਂ ਦਾ ਮੂਲ ਹੈ, ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਮੰਤਰ ਹੈ ਇਹ। ਇਹਦੇ ਅੱਗੇ ਕੋਈ ਵੀ ਤੰਤਰ ਮੰਤਰ ਨਹੀਂ ਖੜਦਾ। ਤੇ ਹੁਣ ਇਹਦੇ ਤੇ ਵਾਰ ਕਿਵੇਂ ਕੀਤਾ ਜਾਵੇ? ਫਿਰ ਸਾਡੇ ਅੰਦਰ ਇੱਕ ਵਿਵਾਦ ਖੜਾ ਕਰ ਦਿੱਤਾ ਗਿਆ। ਥੋੜਾ ਗੱਲ ਦੇ ਨਾਲ ਜੁੜਿਓ, ਵਚਨਾਂ ਨਾਲ ਜੁੜਿਓ ਤਾਂ ਕਿ ਗੱਲ ਦੀ ਸਮਝ ਆ ਜਾਵੇ। ਫਿਰ ਸਾਡੇ ਅੰਦਰ ਇੱਕ ਵਿਵਾਦ ਪੈਦਾ ਕਰ ਦਿੱਤਾ। ਵਿਵਾਦ ਇਹ ਪੈਦਾ ਕਰ ਦਿੱਤਾ ਵੀ ਜਿਹੜਾ ਮੂਲ ਮੰਤਰ ਉਹ ਤਾਂ ਗੁਰਪ੍ਰਸਾਦ ਤੱਕ ਹੈ, ਤੇ ਅੱਗੇ ਅਸੀਂ ਕਿਉਂ ਜਪਦੇ ਹਾਂ? ਜਿਹੜਾ ਮੂਲ ਮੰਤਰ ਹੈ ਉਹ ਗੁਰਪ੍ਰਸਾਦ ਤੱਕ ਹੈ। ਹੁਣ ਸਾਡੇ ਅੰਦਰ ਇਹ ਭਰਮ ਪੈ ਗਿਆ, ਅਸੀਂ ਭਰਮ ਦੇ ਵਿੱਚ ਆ ਗਏ ਵੀ ਮੈਂ ਪਤਾ ਨਹੀਂ ਪੂਰਾ ਜਪ ਰਿਹਾ ਕਿ ਅੱਧਾ ਜਪ ਰਿਹਾ। ਬਸ ਇਹ ਭਰਮ ਨੇ ਸਾਡੇ ਅੰਦਰ ਦੀ ਸ਼ਰਧਾ ਦਾ ਨਾਸ਼ ਕਰ ਦਿੱਤਾ ਹੈ, ਜਿਸ ਕਰਕੇ ਸ਼ਰਧਾ ਜਿਹੜੀ ਹੈ ਉਹ ਟੁੱਟ ਗਈ। ਗੁਰ ਕਾ ਸ਼ਬਦ ਸੰਭਾਲੇ, ਤੇ ਅਸੀਂ ਗੁਰੂ ਦੇ ਸ਼ਬਦ ਨੂੰ ਸੰਭਾਲੇ ਹੀ ਨਹੀਂ। ਵੀ ਦਸਵੇਂ ਪਾਤਸ਼ਾਹ ਨੇ ਸਾਨੂੰ ਕੀ ਆਖਿਆ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਆਖਿਆ। ਇਸ ਤਰ੍ਹਾਂ ਸ਼ਬਦ ਦੇ ਨਾਲੋਂ ਜਿਹੜਾ ਤੋੜਨਾ ਹੈ ਨਾ, ਇਹ ਸਾਨੂੰ ਭਰਮ ਦੇ ਵਿੱਚ ਪਾਇਆ ਜਾਂਦਾ ਹੈ, ਜਿਸ ਕਰਕੇ ਅਸੀਂ ਗੁਰੂ ਦੇ ਸ਼ਬਦ ਨੂੰ ਨਹੀਂ ਸੰਭਾਲਦੇ। ਕਿਸੇ ਹੋਰ ਦੇ ਸ਼ਬਦ ਦੇ ਮਗਰ ਲੱਗ ਕੇ ਅੰਦਰ ਦੀ ਭਾਵਨਾ ਦਾ ਨਾਸ਼ ਕਰ ਲੈਂਦੇ ਹਾਂ, ਸ਼ਰਧਾ ਦਾ ਨਾਸ਼ ਕਰ ਲੈਂਦੇ ਹਾਂ, ਤੇ ਫਿਰ ਸਾਡਾ ਜੀਵਨ ਜਿਹੜਾ ਉਹ ਅਜਾਇਆ ਵਿਅਰਥ ਦੇ ਵਿੱਚ ਚਲਾ ਜਾਂਦਾ ਹੈ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਜਿੰਦੇ ਤੇ ਕਿਰਪਾ ਹੁੰਦੀ ਉਹ ਫਿਰ ਭਰਮ ਦੇ ਵਿੱਚ ਨਹੀਂ ਭੁੱਲਦਾ। ਗੁਰ ਕਾ ਸ਼ਬਦ ਸੰਭਾਲੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ, ਤੇ ਗੁਰਬਾਣੀ ਦੇ ਅੰਦਰ ਜੋ ਸ਼ਬਦ ਆਖੇ ਨੇ, ਗੁਰੂ ਮਹਾਰਾਜ ਜੀ ਨੇ ਜੋ ਉਪਦੇਸ਼ ਦਿੱਤਾ, ਜੋ ਗਿਆਨ ਦਿੱਤਾ ਹੈ, ਉਸ ਦੀ ਹੀ ਸੰਭਾਲ ਕਰਦਾ ਹੈ ਜੀ। ਹਰ ਜਨ ਮਾਇਆ ਮਾਹੇ ਨਿਸਤਾਰੇ। ਹਰ ਜਨ ਆਖਿਆ ਜਾਂਦਾ ਗੁਰਸਿੱਖ ਨੂੰ ਮਾਇਆ ਮਾਹੇ ਨਿਸਤਾਰੇ। ਇਹ ਮਾਇਆ ਜਿਹੜੀ ਜਿੰਦੇ ਤੋਂ ਇਹ ਰਚਨਾ ਹੋਈ ਹੈ, ਇੱਥੇ ਇਸ ਮਾਇਆ ਦੀ ਗੱਲ, ਇੱਥੇ ਪੈਸੇ ਦੀ ਗੱਲ ਨਹੀਂ। ਹਰ ਜਨ ਮਾਇਆ, ਇਹ ਮਾਇਆ ਜਿਹੜੀ ਇਹਦਾ ਸੁਭਾਅ ਹੈ, ਇਹਨੇ ਕਿਸੇ ਨੂੰ ਨਾਮ ਨਹੀਂ ਜਪਣ ਦੇਣਾ, ਸਿਮਰਨ ਨਹੀਂ ਕਰਨ ਦੇਣਾ। ਉਹ ਇਸ ਵਾਸਤੇ ਵੀ ਮਾਇਆ ਦੁਆਰਾ ਬਣਾਈ ਗਈ, ਰਚੀ ਗਈ ਜਿਹੜੀ ਸ੍ਰਿਸ਼ਟੀ ਹੈ ਇਸੇ ਤਰ੍ਹਾਂ ਕਾਇਮ ਰਵੇ। ਹਰ ਜਨ ਮਾਇਆ ਮਹਿ ਨਿਸਤਾਰੇ। ਜਿਹੜੇ ਰੱਬ ਦਾ ਨਾਮ ਲੈਣ ਵਾਲੇ ਗੁਰਸਿੱਖ ਨੇ, ਜਿਨ੍ਹਾਂ ਦੀ ਸ਼ਰਧਾ ਭਾਵਨਾ ਗੁਰਬਾਣੀ ਦੇ ਉੱਤੇ, ਜਿਹੜੇ ਗੁਰੂ ਦੇ ਸ਼ਬਦ ਨੂੰ ਸੰਭਾਲਦੇ ਨੇ, ਉਹ ਗੁਰਮੁਖ ਪਿਆਰੇ ਫਿਰ ਇਸ ਮਾਇਆ ਦੇ ਪ੍ਰਭਾਵ ਦੇ ਵਿੱਚੋਂ ਬਚ ਜਾਂਦੇ ਨੇ ਤੇ ਜੀਵਨ ਸਫਲ ਹੋ ਜਾਂਦਾ ਹੈ ਜੀ। ਨਾਨਕ ਭਾਗ ਹੋਵੇ ਜਿਸ ਮਸਤਕ ਕਾਲਹਿ ਮਾਰ ਬਿਦਾਰੇ। ਜਿੰਦੇ ਚੰਗੇ ਭਾਣ ਹੋ, ਭਾਗ ਹੁਣ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਸੱਚੇ ਸਤਿਗੁਰ। ਜਿਸ ਮਸਤਕ, ਜਿਸ ਦੇ ਮਸਤਕ ਦੇ ਚੰਗੇ ਭਾਗ ਹੋਣ ਨਾ ਕਾਲ ਹੈ ਮਾਰ ਬਦਾਰੇ। ਕਾਲੇ ਦਾ ਅਰਥ ਇਹ ਜਿਹੜਾ ਹੁਣ ਸਮਾਂ ਚੱਲ ਰਿਹਾ ਕਲਯੁਗ ਦਾ, ਇਹ ਕਲਯੁਗ ਦਾ ਜਿਹੜਾ ਸਮਾਂ ਮਾਰ ਬਦਾਰੇ। ਇੱਥੇ ਹੁਣ ਕਲਯੁਗ ਦਾ ਜਿਹੜਾ ਸਮਾਂ ਹੈ ਨਾ, ਇਹ ਸਮਾਂ ਸਾਨੂੰ ਦਿਸਦਾ ਨਹੀਂ ਜਿਹਨੂੰ ਅਸੀਂ ਡਾਂਗ ਦੇ ਨਾਲ ਮਾਰ ਦੇਵਾਂਗੇ। ਇਹ ਜਿਹੜਾ ਸਮਾਂ ਹੈ ਇਹ ਸਾਨੂੰ ਦਿਸਦਾ ਨਹੀਂ ਵੀ ਜਿਹਨੂੰ ਅਸੀਂ ਪਰਾਂ ਹਟਾ ਦੇਵਾਂਗੇ ਵੀ ਪਰੇ ਹੋ ਜਾ, ਸਾਡੇ ਨੇੜੇ ਨਾ ਆਈ। ਇਹ ਉਹ ਚੀਜ਼ ਹੈ ਜਿਹੜੀ ਬੜੀ ਸੂਖਮ ਹੈ, ਤੇ ਜਦੋਂ ਸਮਾਂ ਚੱਲਦਾ ਉਹ ਸਮਾਂ ਫਿਰ ਸਾਨੂੰ ਪ੍ਰਭਾਵਿਤ ਕਰਦਾ ਹੈ। ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ? ਜਿਵੇਂ ਸਮੇਂ ਦੇ ਨਾਲ ਮੌਸਮ ਬਦਲਦਾ ਹੈ, ਤੇ ਉਹ ਮੌਸਮ ਜਿਹੜਾ ਜੇ ਸਰਦੀ ਦਾ ਹੋਵੇ ਤੇ ਸਰਦੀ ਤੋਂ ਪ੍ਰਭਾਵਿਤ ਹੁੰਦੇ ਆ, ਜੇ ਗਰਮੀ ਦਾ ਹੋਵੇ ਤੇ ਗਰਮੀ ਤੋਂ ਪ੍ਰਭਾਵਿਤ ਹੁੰਦੇ ਆ। ਜਿਸ ਤਰ੍ਹਾਂ ਦੀ ਰਿਤੂ ਚੱਲ ਰਹੀ ਹੈ, ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਨਾ, ਸਮੇਂ ਦੇ ਅਨੁਸਾਰ ਉਹ ਸਾਨੂੰ ਪ੍ਰਭਾਵਿਤ ਕਰਦਾ ਹੈ। ਉਸੇ ਤਰ੍ਹਾਂ ਇਹ ਕਲਯੁਗ ਦਾ ਜਿਹੜਾ ਸਮਾਂ ਹੈ ਨਾ, ਇਹਨੇ ਸਾਨੂੰ ਪ੍ਰਭਾਵਿਤ ਕਰਨਾ ਹੈ, ਤੇ ਪ੍ਰਭਾਵਿਤ ਹੁੰਦਾ ਸਾਡਾ ਮਨ। ਜਦੋਂ ਮਨ ਪ੍ਰਭਾਵਿਤ ਹੋ ਗਿਆ ਤੇ ਫਿਰ ਅੰਦਰੋਂ ਮਨ ਪ੍ਰਭਾਵਿਤ ਹੋ ਕੇ ਸ਼ਰਧਾ ਭਾਵਨਾ ਜਿਹੜੀ ਉਹ ਨਹੀਂ ਰਹਿੰਦੀ, ਜਿਸ ਕਰਕੇ ਸਾਡਾ ਜੀਵਨ ਹੈ ਜਿਹੜਾ ਉਹ ਸਫਲ ਨਹੀਂ ਹੁੰਦਾ। ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਨਾਨਕ ਭਾਗ ਹੋਵੇ ਜਿਸ ਮਸਤਕ, ਜਿਸ ਗੁਰਮੁਖ ਪਿਆਰੇ ਦੇ ਚੰਗੇ ਭਾਗ ਹੋਣ ਨਾ ਮੱਥੇ ਦੇ, ਫਿਰ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਉਸ ਨੂੰ ਪ੍ਰਭਾਵਿਤ ਨਹੀਂ ਕਰਦਾ। ਮਾਰ ਬਦਾਰੇ, ਤੇ ਉਹ ਸਮੇਂ ਦੀ ਜਿਹੜੇ ਲੱਛਣ ਨੇ,
ਜਿਹੜੇ ਸਮੇਂ ਦੀਆਂ ਬੁਰਾਈਆਂ ਹੁੰਦੀਆਂ ਨੇ ਉਹ ਉਹਦੇ ਤੋਂ ਦੂਰ ਹੋ ਜਾਂਦੀਆਂ ਨੇ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ। ਪਾਵਨ ਸ਼ਬਦ ਦੇ ਅੰਦਰ ਜੋ ਧੰਨ ਗੁਰੂ ਅਮਰਦਾਸ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਦੱਸਿਆ ਨਾ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਅੱਜ ਤੋਂ ਆਪਾਂ ਗੁਰੂ ਦੇ ਸ਼ਬਦ ਨੂੰ ਸੰਭਾਲ ਲਈਏ। ਜਦੋਂ ਵੀ ਮੂੰਹ ਦੇ ਵਿੱਚ ਭਾਵੇਂ ਪਾਣੀ ਦੀ ਘੁੱਟ ਭਰੀਏ, ਤੇ ਜੇ 3 ਵਾਰੀ 5 ਵਾਰੀ ਨਹੀਂ ਤਾਂ 1 ਵਾਰੀ ਤਾਂ ਵਾਹਿਗੁਰੂ ਜ਼ਰੂਰ ਆਖ ਦਈਏ ਕਿ ਹੇ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਇਹ ਜਲ ਮਿਲਿਆ ਤੇ ਮੈਂ ਛਕਣ ਲੱਗਾ, ਤਾਂ ਕਿ ਸਾਡਾ ਪੀਤਾ, ਸਾਡਾ ਖਾਧਾ ਤੇ ਸਾਡਾ ਸੌਣਾ ਜਿਹੜਾ ਉਹਨੂੰ ਗੁਰੂ ਮਹਾਰਾਜ ਜੀ ਧਰਕਾਰ ਨਾ ਆਖਣ। ਆਪਾਂ ਇਸ ਗੱਲ ਨੂੰ ਗਵਾਹੀ ਬਣਾ ਲਈ ਕਿ ਸੱਚੇ ਸਤਿਗੁਰ ਤੂੰ ਆਖਿਆ ਸੀ ਗੁਰ ਕਾ ਸ਼ਬਦ ਸੰਭਾਲੇ, ਵੀ ਜਿਹੜਾ ਗੁਰੂ ਦੇ ਸ਼ਬਦ ਦੀ ਸੰਭਾਲ ਕਰ ਲੈਂਦਾ ਹੈ ਉਹਦੇ ਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਤੇ ਅਸੀਂ ਆਪ ਜੀ ਦਾ ਸ਼ਬਦ ਸੰਭਾਲ ਲਿਆ ਹੈ। ਅੱਜ ਤੋਂ ਅਸੀਂ ਜਦੋਂ ਵੀ ਬੁਰਕੀ ਮੂੰਹ ਦੇ ਵਿੱਚ ਪਾਵਾਂਗੇ, ਤੇਰਾ ਨਾਮ ਲੈ ਕੇ ਵਾਹਿਗੁਰੂ ਆਖ ਕੇ ਪਾਵਾਂਗੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ।